कि अजकल एक आईलैट्स ਨੂੰ ਉਹਨਾਂ ਨੇ ਡਿਗਰੀ ਬਣਾ ਲਈ ਤੇ ਇੱਕ ਰਸਤਾ ਲੱਭ ਲਿਆ ਕਿ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਸੈਟਲ ਹੋਈਏ। ਕਈ ਵਾਰੀ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਹੈਗੇ ਉਹ ਕਿਤੇ ਪਿਛਲੇ ਜਨਮ ਦੇ ਵਿੱਚ ਪੰਜਾਬ ਦੇ ਵਸਨੀਕ ਸੀਗੇ। ਉੱਥੇ ਜਾ ਕੇ ਪੰਜਾਬੀਆਂ ਨੂੰ ਨਾ ਫਰੈਂਡਲੀ ਮਹਿਸੂਸ ਹੁੰਦਾ। ਕੈਨੇਡਾ ਦੇ ਕੁਝ ਸ਼ਹਿਰਾਂ ਦੇ ਵਿੱਚ ਤਾਂ ਜਾ ਕੇ ਇੱਦਾਂ ਲੱਗਦਾ ਸੀ ਫਿਰੋਜ਼ਪੁਰ ਮੋਗੇ ਆ ਗਏ ਆ। ਸਾਊਥ ਇੰਡੀਆ ਤੋਂ ਬਹੁਤ ਜ਼ਿਆਦਾ ਜਿਹੜਾ ਸਟੂਡੈਂਟ ਆ ਉਹ ਅਮਰੀਕਾ ਜਾ ਰਿਹਾ। ਔਰ USA ਦੀ ਇੱਕ ਖਾਸੀਅਤ ਹੋਰ ਵੀ ਦੱਸਦੇ ਆ ਕਿ ਟਿਊਸ਼ਨ ਫੀਸ ਵੀ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਉਹਨੇ ਉਦੋਂ ਡਿਪੋਜ਼ਿਟ ਕਰਨੀ ਹੈ। USA ਅੱਜ ਵੀ ਮਤਲਬ ਕੈਨੇਡਾ ਦੇ ਬਰਾਬਰ ਜਿਹੜਾ ਬੱਚਾ ਹਿੰਦੁਸਤਾਨ ਤੋਂ ਮਾਈਗ੍ਰੇਟ ਕਰ ਰਿਹਾ ਸਟੱਡੀ ਵੀਜ਼ੇ ਤੇ। ਵੱਧ ਹੋਣਗੇ ਨੰਬਰ, ਘੱਟ ਨਹੀਂ ਹੋ ਸਕਦੇ। ਪਰ ਜਿਹਦਾ ਸਟੂਡੈਂਟ ਵੀਜ਼ਾ ਲੱਗਦਾ ਹੀ ਨਹੀਂ ਉਹਦੇ ਕੋਲੇ ਫਿਰ ਕੀ ਆਪਸ਼ਨ ਕੈਨੇਡਾ ਦੀ ਰਹਿ ਜਾਂਦੀ? ਮੈਨੂੰ ਪਤਾ ਲੱਗਿਆ ਵੀ ਇੱਕ PR ਦੀ ਸਿੱਧੀ ਤੁਸੀਂ ਫਾਈਲ ਕਰ ਸਕਦੇ ਹੋ, ਪੂਰੀ ਫੈਮਿਲੀ ਦਾ ਕੇਸ ਹੈ ਨਾ। ਉਹਦੇ ਬਾਰੇ ਦੱਸਿਓ ਵੀ ਉਹਦਾ ਨਾਲ ਕਿੰਨਾ ਖਰਚਾ ਹੈ ਤੇ ਕੀ ਉਹਦੀ ਰਿਕੁਆਇਰਮੈਂਟਸ ਆ। ਹਰ ਤਰ੍ਹਾਂ ਦੇ ਬੰਦਿਆਂ ਦੀ ਕੈਨੇਡਾ ਦੇ ਵਿੱਚ ਲੋੜ ਹੈਗੀ, ਹਰ ਤਰ੍ਹਾਂ ਦੇ ਕਾਮਿਆਂ ਦੀ। ਬਸ ਉਹ ਇੱਕ ਲਿਮਟਡ ਜਿਹੜਾ ਇੰਗਲਿਸ਼ ਦਾ ਸਕੋਰ ਹੈਗਾ 4.5 ਬੈਂਡ ਲੈ ਆਉਣ ਤਾਂ ਵੀ ਉਹ ਕੈਨੇਡਾ ਦੀ ਜਿਹੜੀ PR ਆ ਅਪਲਾਈ ਕਰ ਸਕਦੇ ਆ। ਜੇ ਮੈਂ ਗੱਲ ਕਰਾਂ ਤਾਂ 150 ਤਰੀਕਾ ਹੈਗਾ ਕੈਨੇਡਾ ਦੇ ਵਿੱਚ ਪੱਕਾ ਹੋਣ ਦਾ। 3.5 ਬੈਂਡ ਵਾਲਾ ਬੰਦਾ ਵੀ PR ਲੈ ਸਕਦਾ ਕੈਨੇਡਾ ਦੀ PR ਲੈ ਸਕਦਾ। ਸਨੀ ਫੈਮਿਲੀ ਉਹ ਤਾਂ ਦੇਖੋ ਜੀ। ਸੰਧੂ ਸਾਹਿਬ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਬਾਰ-ਬਾਰ ਆਉਂਦੀ ਆ ਵੀ ਜੇ ਕੈਨੇਡਾ ਦੀ PR ਤੁਸੀਂ ਸਿੱਧਾ ਲੈ ਸਕਦੇ ਹੋ ਫਿਰ ਸਟੂਡੈਂਟ ਵੀਜ਼ੇ ਦੀ ਕੀ ਲੋੜ ਆ? ਫਿਰ ਹਸਬੈਂਡ ਵਾਈਫ ਸਿੱਧਾ ਹੀ PR ਕਿਉਂ ਨਾ ਅਪਲਾਈ ਕਰਨ? ਸਰ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਬਾਹਰਲੇ ਮੁਲਕਾਂ ਵਿੱਚ ਵਸਦੇ ਹੋਏ ਪੰਜਾਬੀਆਂ ਬਾਰੇ। ਤੇ ਪ੍ਰੋਗਰਾਮ ਦਾ ਨਾਮ ਹੈ ਜਿਵੇਂ ਮੇਰਾ ਅਮਰੀਕਾ। ਤੇ ਅਮਰੀਕਾ ਦੇ ਵਿੱਚ ਨਾਰਥ ਅਮਰੀਕਾ ਦੇ ਜ਼ਰੀਏ ਅਸੀਂ ਕੈਨੇਡਾ ਦੀ ਵੀ ਗੱਲ ਕਰਦੇ ਰਹਿੰਦੇ ਹਾਂ, ਅਮਰੀਕਾ ਦੀ ਵੀ ਗੱਲ ਕਰਦੇ ਰਹਿੰਦੇ ਹਾਂ। ਤੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਤੋਂ ਆਏ ਹੋਏ ਨੇ। ਤੇ ਉਹਦੇ ਜ਼ਰੀਏ ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਜਿਹੜੇ ਆ ਸਟੂਡੈਂਟ ਆ ਜਿਹੜੇ ਕੈਨੇਡਾ ਦੇ ਵਿੱਚ ਪਹੁੰਚੇ ਹੋਏ ਆ। ਪਰ ਜਦੋਂ ਪੰਜਾਬ ਤੋਂ ਕਿਸੇ ਸਟੂਡੈਂਟ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਤਾਂ ਉਹ ਢੇਰੀ ਢਾਹ ਕੇ ਬਹਿ ਜਾਂਦਾ ਹੈ। ਪਰ ਉਹਦੇ ਲਈ ਵੀ ਇੱਕ ਆਸ਼ਾ ਦੀ ਕਿਰਨ ਹੈ। ਉਹ ਕੀ ਹੈ? ਸਹੀ ਤਰੀਕੇ ਦੇ ਨਾਲ ਪੱਕੇ ਤੌਰ 'ਤੇ ਕੈਨੇਡਾ ਦੇ ਵਿੱਚ ਉਹ ਵੀ PR ਹੋ ਸਕਦਾ ਹੈ। ਤੇ ਇਸ ਸੰਬੰਧ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਏਗੀ ਕਿਉਂਕਿ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਐਜੂ ਐਕਸਪਰਟਸ ਤੋਂ ਦੀਦਾਰ ਸਿੰਘ ਸੰਧੂ ਹੁਣੀ, ਜਿਹੜੇ ਕਿ ਡਿਟੇਲ ਦੇ ਵਿੱਚ ਦੱਸਣਗੇ ਵੀ ਜੇ ਸਟੂਡੈਂਟ ਵੀਜ਼ਾ ਤੁਹਾਡਾ ਰਿਜੈਕਟ ਹੋ ਜਾਂਦਾ ਹੈ ਜਾਂ ਤੁਸੀਂ ਆਈਲੈਟਸ ਦੇ ਵਧੀਆ ਬੈਂਡ ਨਹੀਂ ਲੈ ਸਕਦੇ ਪਰ ਫਿਰ ਵੀ ਤੁਹਾਡੇ ਕੋਲੇ ਇੱਕ ਉਮੀਦ ਹੈ ਕੈਨੇਡਾ ਦੇ ਵਿੱਚ ਪੱਕੇ ਤੌਰ 'ਤੇ PR ਜਾਣ ਦੀ, ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਦੀਦਾਰ ਸਿੰਘ ਸੰਧੂ ਐਜੂ ਐਕਸਪਰਟਸ ਤੋਂ। ਦੀਦਾਰ ਸਿੰਘ, ਸਵਾਗਤ ਹੈ ਜੀ ਤੁਹਾਡਾ ਗਲੋਬਲ ਪੰਜਾਬ TV ਤੇ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਗਲੋਬਲ ਪੰਜਾਬ ਅਦਾਰੇ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਮੰਚ 'ਤੇ ਬੁਲਾ ਕੇ ਵਿਚਾਰ ਸਾਂਝੇ ਕਰਨ ਦਾ ਜਿਹੜਾ ਟਾਈਮ ਦਿੱਤਾ। ਸੰਧੂ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਾ ਪਤਾ ਨਹੀਂ ਕਿਉਂ ਜਾਂ ਤਾਂ ਇੱਥੇ ਰੁਜ਼ਗਾਰ ਉਨਾ ਨਹੀਂ ਹੈ ਨਾ, ਜਾਂ ਬਾਹਰਲੇ ਮੁਲਕਾਂ ਤੋਂ ਜਦੋਂ ਇੱਥੇ ਆਉਂਦੇ ਨੇ ਵੇਖਦੇ ਆ ਵੀ ਬਹੁਤ ਛੇਤੀ ਉੱਥੇ ਤੁਸੀਂ ਤਰੱਕੀ ਕਰ ਸਕਦੇ ਹੋ, ਬਹੁਤ ਛੇਤੀ ਪੈਸਾ ਕਮਾ ਸਕਦੇ ਹੋ ਨਾ, ਤਾਂ ਹਰ ਕੋਈ ਪੰਜਾਬ ਤੋਂ ਬਾਹਰ ਨੂੰ ਜਾਣ ਨੂੰ ਕਹਿੰਦਾ ਵੀ ਮੈਂ ਇੱਥੋਂ ਕਿਸੇ ਨਾ ਕਿਸੇ ਤਰੀਕੇ ਬਾਹਰ ਚਲੇ ਜਾਵਾਂ। ਕੋਈ ਲੀਗਲ ਤਰੀਕੇ ਨਾਲ ਜਾਂਦਾ, ਕੋਈ ਇਲੀਗਲ ਤਰੀਕੇ ਨਾਲ ਜਾਂਦਾ, ਕੋਈ ਸਟੂਡੈਂਟ ਬਣ ਕੇ ਜਾਂਦਾ, ਕੋਈ ਫੈਮਿਲੀ ਕੇਸ 'ਚੋਂ ਕੋਈ ਵਿਆਹ ਕਰਾ ਕੇ ਚਲਾ ਜਾਂਦਾ। ਅਤੇ ਜ਼ਿਆਦਾਤਰ ਜਿਹੜੇ ਪੰਜਾਬੀ ਉਹ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਹੈ ਨਾ। ਕੀ ਮੰਨਦੇ ਹੋ ਤੁਸੀਂ ਇਹਨਾਂ ਦੋਨਾਂ ਕੰਟਰੀਆਂ ਦੇ ਵਿੱਚ ਜੇ ਆਪਾਂ ਕੰਪੇਅਰ ਕਰੀਏ ਤਾਂ ਇੱਥੋਂ ਜਦੋਂ ਜਾਂਦੇ ਆ ਤਾਂ ਜ਼ਿਆਦਾਤਰ ਕਿਹੜੇ ਤਰੀਕੇ ਦੇ ਨਾਲ ਬਾਹਰ ਜਾਂਦੇ ਨੇ ਲੋਕ? ਕਿਉਂਕਿ ਇੱਥੇ ਤੁਸੀਂ ਲੰਮੇ ਸਮੇਂ ਤੋਂ ਡੀਲ ਕਰਦੇ ਹੋ ਸਟੂਡੈਂਟ ਵੀਜ਼ੇ ਨਾਲ ਵੀ, PR ਨਾਲ ਵੀ ਹੈ ਨਾ, ਅਤੇ ਨਾਲ ਵਿਜ਼ਟਰ ਵੀਜ਼ਾ ਵੀ ਤੁਸੀਂ ਕਰਦੇ ਹੋ ਨਾ। ਉਹਦੇ ਬਾਰੇ ਦੱਸਿਓ ਵੀ ਕੈਨੇਡਾ ਅਤੇ ਅਮਰੀਕਾ ਨੂੰ ਕੰਪੇਅਰ ਕਰੀਏ ਤਾਂ ਪੰਜਾਬੀ ਕਿਸ ਤਰ੍ਹਾਂ ਗਏ ਹੋਏ ਉੱਥੇ? ਗਿੱਲ ਸਾਹਿਬ, ਪੰਜਾਬੀ ਕੌਮ ਆ ਜਿਹੜੀ, ਇਹਦਾ ਜੁੱਸਾ ਨਾ ਜਿਹੜਾ, ਇਹ ਬੜਾ ਮਿਹਨਤੀ ਕੌਮ ਆ। ਬਾਹਰ ਜਾ ਕੇ ਵੀ ਇਹਨਾਂ ਲੋਕਾਂ ਨੇ ਦਿਨ ਪੋ ਰਾਤ ਮਿਹਨਤਾਂ ਕੀਤੀਆਂ, ਚਾਹੇ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਟਰੱਕਾਂ ਦੀ ਗੱਲ ਕਰੀਏ, ਚਾਹੇ ਮੈਂ ਐਗਰੀਕਲਚਰ ਫੀਲਡ ਦੀ ਗੱਲ ਕਰਾਂ, ਚਾਹੇ ਹੁਣ IT ਦੀ ਗੱਲ ਕਰੀਏ, ਚਾਹੇ ਹੋਰ ਕੋਈ ਵੀ ਤੁਸੀਂ ਫੀਲਡ ਲੈ ਲਓ, ਕਿਤੇ ਵੀ ਜਿਹੜੀ ਸਫਲਤਾ ਉਹ ਮਿਹਨਤ ਤੋਂ ਬਿਨਾਂ ਪੰਜਾਬੀਆਂ ਨੇ ਨਹੀਂ ਲਈ। ਪਰ ਮਜਬੂਰੀ ਕੀ ਆ ਵੀ ਉਹੀ ਪੰਜਾਬੀ ਉੱਥੇ ਜਾ ਕੇ ਮਿਹਨਤ ਕਰਨ ਨੂੰ ਤਿਆਰ ਹੋ ਜਾਂਦੇ ਅਤੇ ਉਹ ਆਪਣੇ ਮੁਲਕ ਦੇ ਵਿੱਚ ਜਿਹੜਾ ਕਾਮਯਾਬ ਨਹੀਂ ਹੋ ਰਹੇ। ਸਾਡਾ ਜਿਹੜਾ ਸਿਸਟਮ ਆ ਉਹਦੇ 'ਚ ਕਰਪਸ਼ਨ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਨਾਕਾਮੀਆਂ ਜਿਹੜੀਆਂ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਣ ਦਿੰਦੀਆਂ। ਤਾਂ ਅੱਕੇ ਹੋਏ ਲੋਕ ਅੱਜ ਤੋਂ ਕੁਝ ਸਾਲ ਪਹਿਲਾਂ, ਜੇ ਮੈਂ 2 ਦਹਾਕੇ ਜਾਂ 3 ਦਹਾਕੇ ਪਹਿਲਾਂ ਦੀ ਗੱਲ ਕਰਾਂ ਤਾਂ ਪ੍ਰਵਾਸ ਨੂੰ ਇੱਕ ਨਾ ਲਾਮਾ ਮੰਨਿਆ ਜਾਂਦਾ ਸੀਗਾ, ਪ੍ਰਵਾਸ ਨੂੰ ਇੱਕ ਮਿਹਣਾ ਮੰਨਿਆ ਜਾਂਦਾ ਸੀਗਾ। ਪਰ ਅੱਜ
ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਸ਼ਖਸ, ਚਾਹੇ ਉਹਨਾਂ ਦੀ ਬੇਟੀ ਚਾਹੇ ਬੇਟਾ, ਉਹ ਚਾਹੇ ਸਟੱਡੀ ਵੀਜ਼ੇ ਤੇ ਗਿਆ ਚਾਹੇ ਪਰਮਾਨੈਂਟ ਵੀਜ਼ੇ ਤੇ ਗਿਆ, ਉਹ ਆਪਣੇ ਮੁਲਕ ਨੂੰ ਛੱਡ ਕੇ ਉੱਥੇ ਵਸ ਚੁੱਕਿਆ। ਤੇ ਅੱਜ ਇਹ ਮਹੀਨਾ ਨਹੀਂ ਰਿਹਾ, ਅੱਜ ਇਹ ਸਟੇਟਸ ਸਿੰਬਲ ਬਣ ਗਿਆ। ਅੱਜ ਇਹ ਮਤਲਬ ਪੰਜਾਬੀ ਬੰਦਾ ਜਦੋਂ +2 ਕਰਦਾ ਤੇ ਅੱਗੇ ਪੰਜਾਬੀਆਂ ਦਾ ਸੁਪਨਾ ਸੀ ਮੈਂ ਕੋਈ IAS ਬਣਾ, IPS ਬਣਾ, ਵੱਡੇ ਵੱਡੇ ਮਤਲਬ ਅਹੁਦਿਆਂ ਤੇ ਜਾਵਾਂ, ਪਰ ਅਨਫੋਰਚੂਨੇਟਲੀ ਅੱਜ ਕੱਲ ਇੱਕ ਆਈਲੈਟਸ ਨੂੰ ਉਹਨਾਂ ਨੇ ਡਿਗਰੀ ਬਣਾ ਲਈ ਤੇ ਇੱਕ ਰਸਤਾ ਲੱਭ ਲਿਆ ਕਿ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਸੈਟਲ ਹੋਈਏ। ਉਹਦੇ 2-3 ਕਾਰਨ ਹੈਗੇ। ਇੱਕ ਤਾਂ ਜਿਹੜੀ ਸੋਸ਼ਲ ਸਿਕਿਉਰਿਟੀ, ਲੋਕਾਂ ਨੂੰ ਲੱਗਦਾ ਵੀ ਉਹਨਾਂ ਮੁਲਕਾਂ ਦੇ ਵਿੱਚ ਸਾਡੀ ਸੋਸ਼ਲ ਸਿਕਿਉਰਿਟੀ ਹੈ। ਦੂਸਰਾ, ਹਰ ਬੰਦੇ ਦੀ ਇੱਕ ਆਪਣੀ ਹੋਂਦ ਆ, ਉਸ ਹੋਂਦ ਦੀ ਇੱਜ਼ਤ ਆ ਉਹਨਾਂ ਮੁਲਕਾਂ ਦੇ ਵਿੱਚ। ਇੱਥੇ ਇਹ ਚੀਜ਼ ਬੜੀ ਮੈਟਰ ਕਰਦੀ ਕਿ ਤੁਸੀਂ ਕਿਹੜੇ ਘਰਾਣੇ ਨੂੰ ਬਿਲੋਂਗ ਕਰਦੇ ਹੋ, ਤੁਸੀਂ ਕਿਸੇ ਮੰਤਰੀ ਦੇ ਕਿੰਨਾ ਕੁ ਨੇੜੇ ਹੋ। ਹਰ ਕੋਈ ਬਾਹਰ ਜਾਣਾ ਚਾਹੁੰਦਾ ਬਸ, ਹਨਾ। ਹਾਂ, ਹੁਣ ਉਹ ਕੀ ਆ ਵੀ ਉਹ ਆਪਣੀ ਮਤਲਬ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਇੱਕ ਰੇਸ ਦੇ ਵਿੱਚ ਲੱਗੇ ਹੋਏ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਬਾਹਰ ਜਾਵਾਂਗੇ ਤੇ ਜ਼ਿਆਦਾ ਮਤਲਬ ਵਧੀਆ ਤਰੀਕੇ ਦੇ ਨਾਲ, ਪ੍ਰਫੁੱਲਿਤ ਤਰੀਕੇ ਦੇ ਨਾਲ ਆਪਣੀ ਜਿਹੜੇ ਤਰੀਕੇ ਨਾਲ ਕੈਨੇਡਾ ਅਮਰੀਕਾ ਚ ਖਾਸ ਤੌਰ ਤੇ ਜੇ ਕੰਪੇਅਰ ਕਰੀਏ ਤਾਂ ਮੋਸਟਲੀ ਸਰ ਜਿੱਦਾਂ ਤੁਸੀਂ ਦੱਸਿਆ ਵੀ ਲੋਕਾਂ ਦਾ ਰੁਝਾਨ ਕੈਨੇਡਾ ਵੱਲ ਜ਼ਿਆਦਾ। ਇਹਦੇ ਚ ਕੋਈ ਦੋ ਰਾਏ ਨਹੀਂ ਕਿ ਕੈਨੇਡਾ ਇੱਕ ਫਰੈਂਡਲੀ ਮੁਲਕ ਹੈਗਾ, ਬਹੁਤ ਹੀ ਜ਼ਿਆਦਾ। ਕਈ ਵਾਰੀ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਹੈਗੇ ਉਹ ਕਿਤੇ ਪਿਛਲੇ ਜਨਮ ਦੇ ਵਿੱਚ ਪੰਜਾਬ ਦੇ ਵਸਨੀਕ ਸੀਗੇ। ਤੁਸੀਂ ਦੇਖੋ ਕਿ ਉੱਥੇ ਉਹਨਾਂ ਦੇ ਲੋਕ ਸਭਾ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਰਹੇ ਆ, ਵਿਸਾਖੀ ਉਤਸਵ ਮਨਾਏ ਜਾ ਰਹੇ, ਗੁਰਪੁਰਬ ਧੂਮਧਾਮ ਨਾਲ ਮਨਾਏ ਜਾ ਰਹੇ, ਹਰ ਸ਼ਹਿਰ ਦੇ ਵਿੱਚ ਚੰਗੇ ਗੁਰਦੁਆਰੇ ਆ, ਨਗਰ ਕੀਰਤਨ ਸਜਾਏ ਜਾ ਰਹੇ ਆ। ਉੱਥੇ ਜਾ ਕੇ ਪੰਜਾਬੀਆਂ ਨੂੰ ਨਾ ਫਰੈਂਡਲੀ ਮਹਿਸੂਸ ਹੁੰਦਾ। ਕੈਨੇਡਾ ਦੇ ਕੁਝ ਸ਼ਹਿਰਾਂ ਦੇ ਵਿੱਚ ਤਾਂ ਜਾ ਕੇ ਏਦਾਂ ਲੱਗਦਾ ਸੀ ਫਿਰੋਜ਼ਪੁਰ ਮੋਗੇ ਆ ਗਏ ਆ, ਵੀ ਬਿਲਕੁਲ ਵੀ ਜਿਹੜਾ ਉਹਨਾਂ ਨੂੰ ਇੱਕ ਬੋਲੀ ਦਾ ਵਖਰੇਵਾਂ ਹੈਗਾ, ਉਹਦੀ ਘਾਟ ਜਿਹੜੀ ਹੈਗੀ ਆ ਉਹ ਮਹਿਸੂਸ ਨਹੀਂ ਹੁੰਦੀ। ਅਮਰੀਕਾ ਕਿਹੜੇ ਤਰੀਕੇ ਨਾਲ ਜ਼ਿਆਦਾ ਹੋਇਆ? USA ਦੇ ਵਿੱਚ ਸਰ ਜਿਹੜੇ ਸਾਡੇ, ਹੁਣ ਮੈਨੂੰ ਬੜਾ ਇੱਥੇ ਦੁੱਖ ਮਹਿਸੂਸ ਹੋ ਰਿਹਾ ਗੱਲ ਕਰਦੇ ਆ ਕਿ ਜਿਹੜਾ ਸਾਡਾ ਪੰਜਾਬ ਦਾ ਸਟੂਡੈਂਟ ਹੈ ਨਾ, ਉਹ ਨਾ ਐਜੂਕੇਸ਼ਨ ਪੱਖ ਤੋਂ ਬੜਾ ਪਿੱਛੇ ਜਾ ਰਿਹਾ, ਕਿਉਂਕਿ ਅਸੀਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟੂਡੈਂਟ ਦੇ ਨਾਲ ਵਿਚਰਦੇ ਰਹਿੰਦੇ ਆ। ਸਾਊਥ ਇੰਡੀਆ ਤੋਂ ਬਹੁਤ ਜ਼ਿਆਦਾ ਜਿਹੜਾ ਸਟੂਡੈਂਟ ਆ ਉਹ ਅਮਰੀਕਾ ਜਾ ਰਿਹਾ। ਔਰ USA ਦੀ ਇੱਕ ਖਾਸੀਅਤ ਹੋਰ ਵੀ ਦੱਸਦੇ ਆ ਕਿ ਟਿਊਸ਼ਨ ਫੀਸ ਵੀ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਉਹਨੇ ਉਦੋਂ ਡਿਪੋਜ਼ਿਟ ਕਰਨੀ ਹੈ। ਕੈਨੇਡਾ ਵਰਗੇ ਮੁਲਕ ਦੇ ਵਿੱਚ 1 ਸਾਲ ਦਾ ਖਰਚਾ ਉਹ ਪਹਿਲਾਂ ਇੱਥੋਂ ਅਕਾਊਂਟ ਦੇ ਵਿੱਚ ਰਖਵਾਉਂਦੇ ਆ, ਫਿਰ 1 ਸਾਲ ਦੀਆਂ ਟਿਊਸ਼ਨ ਫੀਸਾਂ ਪੇ ਕਰਦੇ, ਫਿਰ ਬੱਚੇ ਜਾਂਦੇ ਆ। ਪਰ USA ਦੇ ਵਿੱਚ ਕੀ ਆ ਕਿ ਬੱਚੇ ਸਾਡੇ ਨਾ ਇੰਟਰਵਿਊ ਤੋਂ ਬਹੁਤ ਡਰਦੇ ਆ। ਜਿਹੜਾ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਬੈਠੀ ਹੋਈ ਹੈ ਕਿ ਇਮੀਗ੍ਰੇਸ਼ਨ ਦਾ ਜਿਹੜਾ ਜਦੋਂ ਨਾ ਆਉਂਦਾ ਤੇ ਫਰਾਡ ਬਹੁਤ, ਮਤਲਬ ਪਹਿਲਾਂ ਅਗਲੇ ਦੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਵੀ ਠੱਗੀ ਠੋਰੀ ਤੋਂ ਬਚਿਆ ਜਾਵੇ। ਉਹ ਕੀ ਆ ਵੀ ਹੁਣ ਸਾਡੇ ਜਿਹੜੇ ਲੋਕ ਖੁਦ ਆ ਉਹ ਘਰੋਂ ਮਾਈਂਡ ਬਣਾ ਕੇ ਜਾਂਦੇ ਆ ਵੀ ਸਾਨੂੰ ਕੰਸਲਟੈਂਟ ਆਹ ਸ਼ਬਦ ਬੋਲੇ, ਠੀਕ ਆ। ਜਿਹੜਾ ਉਹਨਾਂ ਦਾ ਉਹ ਮਾਈਂਡ ਪ੍ਰਪੇਅਰ ਹੈ ਨਾ ਘਰੋਂ, ਉਹ ਹੀ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ। USA ਦੇ ਵਿੱਚ ਇੰਟੈਲੀਜੈਂਟ ਸਟੂਡੈਂਟ ਜਿਹੜਾ ਸਾਊਥ ਇੰਡੀਆ ਦਾ ਸਟੂਡੈਂਟ ਹੈਗਾ, ਜਿਹੜਾ ਇੰਟਰਵਿਊ ਨੂੰ ਫੇਸ ਕਰ ਸਕਦਾ, ਬੜੇ ਵਧੀਆ ਤਰੀਕੇ ਦੇ ਨਾਲ ਜਾ ਰਹੇ ਆ। ਔਰ ਅੱਜ ਵੀ ਮੈਂ ਤੁਹਾਨੂੰ ਦੱਸਦਾ, ਸ਼ਾਇਦ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ, USA ਅੱਜ ਵੀ ਮਤਲਬ ਕੈਨੇਡਾ ਦੇ ਬਰਾਬਰ ਜਿਹੜਾ ਬੱਚਾ ਹਿੰਦੁਸਤਾਨ ਤੋਂ ਮਾਈਗ੍ਰੇਟ ਕਰ ਰਿਹਾ ਸਟੱਡੀ ਵੀਜ਼ੇ ਤੇ। ਵੱਧ ਹੋਣਗੇ ਨੰਬਰ, ਘੱਟ ਨਹੀਂ ਹੋ ਸਕਦੇ। ਬਿਲਕੁਲ। ਤੇ ਸੰਧੂ ਸਾਹਿਬ, ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਸਟੂਡੈਂਟ ਵੀਜ਼ੇ, ਆਪਾਂ ਕੈਨੇਡਾ ਦੀ ਗੱਲ ਕੀਤੀ ਹੈ, ਉੱਥੇ ਸਟੂਡੈਂਟ ਪਹੁੰਚ ਜਾਂਦੇ ਹਨ ਤੇ ਉਸ ਤੋਂ ਬਾਅਦ ਨਾ ਕਈ ਇਹਦੇ ਡੀਮੈਰਿਟਸ ਵੀ ਆਏ। ਆਪਾਂ ਉਹਨਾਂ ਨੂੰ ਤਾਂ ਨਹੀਂ ਡਿਸਕਸ ਕਰਾਂਗੇ ਜ਼ਿਆਦਾ, ਕਿਉਂਕਿ ਉੱਥੇ ਜਾ ਕੇ ਕੋਈ ਬਦਲ ਜਾਂਦਾ, ਇੱਥੋਂ ਕੋਈ ਖਰਚਾ ਕਰਕੇ ਭੇਜਦਾ ਹੈ, ਹਨਾ, ਕਈ ਚੀਜ਼ਾਂ ਆ ਜਾਂਦੀਆਂ ਉਹਦੇ ਵਿੱਚ। ਪਰ ਜਿਹਦਾ ਸਟੂਡੈਂਟ ਵੀਜ਼ਾ ਲੱਗਦਾ ਹੀ ਨਹੀਂ, ਉਹਦੇ ਕੋਲੇ ਫਿਰ ਕੀ ਆਪਸ਼ਨ ਕੈਨੇਡਾ ਦੀ ਰਹਿ ਜਾਂਦੀ? ਮੈਨੂੰ ਪਤਾ ਲੱਗਿਆ ਵੀ ਇੱਕ PR ਦੀ ਸਿੱਧੀ ਤੁਸੀਂ ਫਾਈਲ ਕਰ ਸਕਦੇ ਹੋ, ਪੂਰੀ ਫੈਮਿਲੀ ਦਾ ਕੇਸ ਹੈ ਨਾ, ਉਹਦੇ ਬਾਰੇ ਦੱਸਿਓ ਵੀ ਉਹਦਾ ਨਾਲ ਕਿੰਨਾ ਖਰਚਾ ਹੈ ਤੇ ਕੀ ਉਹਦੀ ਰਿਕੁਆਇਰਮੈਂਟਸ ਆ। ਗਿਲ ਸਾਹਿਬ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਪਹਿਲਾਂ ਤਾਂ ਆਪਾਂ ਡੀਮੈਰਿਟ ਜਾਂ ਮੈਰਿਟ ਦੀ ਗੱਲ ਕਰੀਏ, ਹਰ ਸਿੱਕੇ ਦੇ 2 ਪਹਿਲੂ ਹੁੰਦੇ ਆ। ਬਹੁਤ ਸਾਰੇ ਜਿਹੜੇ ਰਿਸ਼ਤੇ ਆ ਉਹ ਸਿਰੇ ਚੜ੍ਹਦੇ ਆ, ਲੋਕ ਜਾ ਰਹੇ ਆ। ਬਹੁਤ ਪੰਜਾਬ ਦਾ ਜਿਹੜਾ ਇੱਕ ਨੌਜਵਾਨ ਵਰਗ ਹੈਗਾ ਉਹ ਮੂਵ ਕਰ ਗਿਆ। ਜਿਹੜੇ ਬੰਦੇ ਸਕਸੈਸਫੁਲ ਹੋ ਜਾਂਦੇ ਉਹ ਕਿਤੇ ਨਹੀਂ ਦਿਖਾਏ ਜਾਂਦੇ। ਜਿਹੜਾ ਬੰਦਾ ਕਿਸੇ ਵੀ ਕਾਰਨ ਕਰਕੇ, ਉਹਨਾਂ ਦੀ ਪਰਸਨਲ ਰੁਝੇਵਿਆਂ ਕਰਕੇ, ਆਰਥਿਕ ਰੁਝੇਵਿਆਂ ਕਰਕੇ, ਜਾਂ ਫਿਰ ਕਿਸੇ ਹੋਰ ਕਾਰਨ ਕਰਕੇ, ਕਿਉਂਕਿ ਵੀਜ਼ਾ ਲੱਗਣਾ ਜਾਂ ਨਾ ਲੱਗਣਾ ਕਦੇ ਵੀ ਇਕੱਲੇ ਕੰਸਲਟੈਂਟ ਦੇ ਹੱਥ ਵੱਸ ਨਹੀਂ ਹੁੰਦਾ। ਈਵਨ ਕਿ ਤੁਸੀਂ ਗੂਗਲ ਤੇ ਜਾਓ, ਵੀਜ਼ਾ ਦੀ ਡੈਫੀਨੇਸ਼ਨ ਲਿਖੋ, ਇਫ ਯੂ ਹੈਵ ਏ ਵੀਜ਼ਾ ਦੈਨ ਆਲਸੋ ਔਨ ਦਾ ਪੋਰਟ ਆਫ ਐਂਟਰੀ, ਕਿ ਤੁਹਾਨੂੰ ਜਿਹੜਾ ਇਮੀਗ੍ਰੇਸ਼ਨ ਅਧਿਕਾਰੀ ਆ ਉਹਨੂੰ ਕੋਈ ਡਿਨਾਈ ਕਰ ਸਕਦਾ। ਇਹ ਜ਼ਰੂਰੀ ਨਹੀਂ ਕਿ ਤੁਹਾਡਾ ਵੀਜ਼ਾ ਲੱਗਾ ਤੇ ਤੁਹਾਡੀ ਐਂਟਰੀ ਹੈ ਜਿਹੜੀ ਉਹ ਕਨਫਰਮ ਆ। ਬਟ ਹਾਂ, ਅਗਰ ਤੁਹਾਡਾ ਸਟੱਡੀ ਵੀਜ਼ਾ ਨਹੀਂ ਲੱਗਦਾ, ਤੁਹਾਡੇ ਕੋਲ ਕਿਸੇ ਵੀ ਫੀਲਡ ਦਾ ਤਜਰਬਾ ਹੈਗਾ, ਚਾਹੇ ਤੁਸੀਂ ਬਾਈ ਜੀ ਕਾਰੀਗਰ ਹੋ, ਮਤਲਬ ਕੰਸਟਰਕਸ਼ਨ ਦੇ ਮਿਸਤਰੀ ਹੋ, ਚਾਹੇ ਤੁਸੀਂ ਕਾਰਪੈਂਟਰ ਹੋ, ਚਾਹੇ ਤੁਸੀਂ ਪਲੰਬਰ ਹੋ, ਚਾਹੇ ਤੁਸੀਂ ਡੀਜ਼ਲ ਮਕੈਨਿਕ ਹੋ, ਚਾਹੇ ਤੁਸੀਂ ਮਤਲਬ ਵੈਲਡਿੰਗ ਆਪਰੇਟਰ ਹੋ, ਸਰੀਆ ਬੰਨਣ ਵਾਲੇ ਮਕੈਨਿਕ ਹੋ, ਹਰ ਤਰ੍ਹਾਂ ਦੇ ਬੰਦਿਆਂ ਦੀ ਕੈਨੇਡਾ ਦੇ ਵਿੱਚ ਲੋੜ ਹੈਗੀ, ਹਰ ਤਰ੍ਹਾਂ ਦੇ ਕਾਮਿਆਂ ਦੀ। ਬਸ ਉਹ
ਇੱਕ ਲਿਮਟਿਡ ਜਿਹੜਾ ਇੰਗਲਿਸ਼ ਦਾ ਸਕੋਰ ਹੈਗਾ 4.5 ਬੈਂਡ ਲੈ ਆਉਣ ਤਾਂ ਵੀ ਉਹ ਕੈਨੇਡਾ ਦੀ ਜਿਹੜੀ ਪੀਆਰ ਆ ਅਪਲਾਈ ਕਰ ਸਕਦੇ ਆ। ਹੁਣ ਇੱਥੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਹਾਸੋ ਹੀ ਨਹੀਂ ਲੱਗਦੀ ਹੈ ਵੀ 4.5 ਬੈਂਡ ਦੇ ਨਾਲ ਬੰਦਾ ਕੈਨੇਡਾ ਦੀ ਪੀਆਰ ਕਿਵੇਂ ਅਪਲਾਈ ਕਰੂਗਾ। ਮੈਂ ਗਿੱਲ ਸਾਹਿਬ ਤੁਹਾਡੇ ਨਾਲ ਇੱਕ ਮਤਲਬ ਵੀਡੀਓ ਕੁਝ ਸ਼ੇਅਰ ਕਰਦਾ ਔਰ ਤੁਹਾਨੂੰ ਤੇ ਤੁਹਾਡੇ ਅਦਾਰੇ ਨੂੰ ਵੀ ਇਹ ਬੇਨਤੀ ਕਰਦਾ ਕਿ ਕੋਸ਼ਿਸ਼ ਕਰਿਓ ਵੀਡੀਓ ਕਲਿੱਪਸ ਜਿਹੜੇ ਹੈਗੇ ਆ ਤੁਸੀਂ ਨਾਲ ਜ਼ਰੂਰ ਇੱਥੇ ਮੇਰੀ ਮਤਲਬ ਵਾਰਤਾਲਾਪ ਦੇ ਨਾਲ ਉਹਨਾਂ ਨੂੰ ਚਲਾ ਦਿਓ, ਜਿਹਦੇ ਵਿੱਚ ਅਸੀਂ ਜਿਹੜਾ ਬੋਰ ਕਰਨ ਵਾਲਾ ਲੜਕਾ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਪਹਿਲਾਂ ਨਲਕਿਆਂ ਦੇ ਬੋਰ ਕਰਦੇ ਸੀ ਉਹਦਾ ਵੀਜ਼ਾ ਲਿੱਤਾ, ਕਿੱਦਾਂ ਅਸੀਂ ਇੱਕ ਕਾਰ ਵਾਸ਼ਰ ਜਿਹੜਾ ਮਤਲਬ ਸਰਵਿਸ ਸਟੇਸ਼ਨ ਚਲਾ ਰਿਹਾ ਸੀ ਤੇ ਲੜਕਾ ਪਾਤੜਾਂ 'ਚ ਉਹਦਾ ਵੀਜ਼ਾ ਲਿਆ, ਕਿੱਦਾਂ ਅਸੀਂ ਇੱਕ ਮਤਲਬ ਸਬਜ਼ੀ ਬੀਜਦਾ ਸੀਗਾ ਲੜਕਾ 2-3 ਏਕੜ ਉਹਦਾ ਵੀਜ਼ਾ ਲਿਆ। ਉਹਦੇ ਲਈ ਤੁਹਾਡੇ ਕੋਲੇ ਜਿਹੜੇ ਦਸਤਾਵੇਜ਼ ਆ ਉਹ ਪ੍ਰੋਪਰ ਹੋਣੇ ਚਾਹੀਦੇ ਆ। ਮੰਨ ਕੇ ਚੱਲੋ ਇਹ ਨਾ ਕਰੋ ਕਿ ਆਹ ਬੰਦਾ ਕੋਈ ਕੰਮ ਨਹੀਂ ਕਰਦਾ, ਇਹਨੂੰ ਮੈਂ ਕਿਸੇ ਨਾ ਕਿਸੇ ਸਿਸਟਮ ਦੇ ਵਿੱਚ ਫਿੱਟ ਕਰਕੇ ਭੇਜ ਦਿਆਂ। ਗੁਰਜੰਟ ਸਿੰਘ ਜੀ ਕੀ ਹਾਲ ਚਾਲ ਹੈ ਜੀ? ਵਧੀਆ ਸਰ। ਗੁਰਜੰਟ ਸਿੰਘ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਕੀ ਹੈ, ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ 10th ਕੀਤੀ ਹੈ ਸਰ। ਕਦੋਂ ਕੀਤੀ ਹੈ ਜੀ 10th ਤੁਸੀਂ? ਇਹ ਸਰ ਮੇਰੀ 2014 ਦੀ ਹੋਏਗੀ ਸਰ 10th। 2014 ਤੋਂ ਬਾਅਦ ਤੁਸੀਂ ਕੀ ਕਰ ਰਹੇ ਹੋ ਜੀ? ਕੋਈ ਨਹੀਂ ਸਰ, ਖੇਤੀਬਾੜੀ ਫਾਰਮਿੰਗ। ਖੇਤੀਬਾੜੀ ਕਰ ਰਹੇ ਹੋ ਤੇ ਤੁਸੀਂ ਕਦੇ ਸੋਚਿਆ ਸੀਗਾ ਵੀ ਤੁਸੀਂ ਹੁਣ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕਰੋਗੇ ਜਦੋਂ ਤੁਸੀਂ ਹੁਣ ਨਵੀਂ ਜਨਰੇਸ਼ਨ ਨਵੇਂ ਜਵਾਕਾਂ ਨੂੰ +2 ਤੋਂ ਬਾਅਦ ਆਈਲੈਟਸ ਕਰਕੇ ਜਿਹੜੇ ਲੋਕ ਜਾ ਰਹੇ ਉਹਨਾਂ ਨੂੰ ਦੇਖਦੇ ਸੀ, ਕਦੇ ਨਾ ਕਦੇ ਸੋਚਦੇ ਹੋਗੇ ਯਾਰ ਕਾਸ਼ ਅਸੀਂ ਵੀ ਉਸ ਟਾਈਮ ਆਈਲੈਟਸ ਕਰਦੇ ਤੇ ਆਪਣਾ ਵੀਜ਼ਾ ਲੈਂਦੇ? ਹਾਂਜੀ ਹਾਂਜੀ, ਇਹ ਸਰ ਗੱਲ ਸੋਚਦੇ ਸੀ ਕਿ ਕਾਸ਼ ਕਿਤੇ +2 ਮੈਂ ਵੀ ਕਰਦਾ ਤੇ ਮੈਂ ਵੀ ਆਈਲੈਟਸ ਕਰਕੇ ਬਾਹਰ ਜਾਂਦਾ। ਤੁਹਾਨੂੰ ਲੱਗਦਾ ਸੀ ਕਿ ਤੁਸੀਂ +2 ਨਹੀਂ ਕੀਤੀ ਤੇ 10ਵੀਂ ਦੇ ਨਾਲ ਹੀ ਤੁਸੀਂ ਆਪਣਾ ਸੁਪਨਾ ਸਾਕਾਰ ਕਰੋਗੇ ਤੇ ਤੁਹਾਨੂੰ ਵੀਜ਼ਾ ਮਿਲੂਗਾ? ਨਹੀਂ ਸਰ, ਮੈਂ ਸੋਚਿਆ ਨਹੀਂ ਸੀ ਵੀ ਕਦੇ 10th ਤੋਂ ਬਾਅਦ ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਸਕਦਾ ਸਰ। ਤੇ ਹੁਣ ਕਿੰਨੇ ਕੁ ਖੁਸ਼ ਹੋ? ਮੈਂ ਕਹਿੰਦਾ ਬਹੁਤ ਹੀ ਜ਼ਿਆਦਾ ਸਰ ਖੁਸ਼। ਗੁਰਦੇਵ ਸਿੰਘ ਜੀ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ? ਮੈਂ ਗ੍ਰੈਜੂਏਸ਼ਨ ਕੀਤੀ ਹੋਈ। ਕਦੋਂ ਗ੍ਰੈਜੂਏਸ਼ਨ ਕੀਤੀ ਹੈ ਗੁਰਦੇਵ ਸਿੰਘ ਤੁਸੀਂ? 2016 ਦਾ ਪਾਸ ਹੋ ਗਏ। 2016 ਤੋਂ ਪਾਸ ਆਊਟ ਹੋ ਤੁਸੀਂ। ਕਿਹੜੇ ਕਾਲਜ ਤੋਂ ਪੜ੍ਹੇ ਹੋ ਵੀਰੇ? ਮੈਂ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਤੋਂ। ਗੁਰੂ ਨਾਨਕ ਕਾਲਜ ਫਿਰੋਜ਼ਪੁਰ ਤੋਂ ਤੁਸੀਂ 2016 ਚ ਗ੍ਰੈਜੂਏਟ ਹੋ। ਸਿੰਪਲ ਗ੍ਰੈਜੂਏਸ਼ਨ ਕੀਤੀ ਹੈ? ਸਿੰਪਲ ਗ੍ਰੈਜੂਏਸ਼ਨ। ਓਕੇ, ਹੁਣ ਤੁਸੀਂ ਆਈਲੈਟਸ ਦਾ ਐਗਜ਼ਾਮ ਦਿੱਤਾ? ਆਈਲੈਟਸ ਦਾ ਨਹੀਂ ਐਗਜ਼ਾਮ ਦਿੱਤਾ। ਓਕੇ, ਤਾਂ ਪਹਿਲਾਂ ਵੀ ਕਦੇ ਤੁਸੀਂ ਕੈਨੇਡਾ ਦਾ ਜਿਹੜਾ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਕੋਈ ਵੀਜ਼ਾ ਅਪਲਾਈ ਕੀਤਾ ਸੀ? ਨਹੀਂ, ਪਹਿਲਾਂ ਨਹੀਂ, ਫਸਟ ਪਹਿਲਾ ਚਾਂਸ ਆ ਤੁਹਾਡਾ ਤੇ ਪਹਿਲੀ ਵਾਰੀ ਤੁਹਾਨੂੰ ਜਿਹੜਾ ਸਫਲਤਾ ਮਿਲ ਗਈ ਆ ਤੇ ਖੁਸ਼ ਹੋ ਤੁਸੀਂ ਸਰਵਿਸ ਤੋਂ? ਹਾਂਜੀ, ਬਹੁਤ ਵਧੀਆ। ਕੋਈ ਤੁਹਾਨੂੰ ਜਦੋਂ ਤੁਸੀਂ ਕੇਸ ਅਪਲਾਈ ਕੀਤਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਦਾ ਟੀਮ ਦੇ ਨਾਲ ਕਨਵਰਸੇਸ਼ਨ ਕਰਨ ਵੇਲੇ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ, ਬਹੁਤ ਵਧੀਆ ਸਰਵਿਸ ਪ੍ਰੋਵਾਈਡ। ਸਾਫ ਸੁਥਰੀ ਸਰਵਿਸ ਲੱਗੀ? ਖੁਸ਼ ਹੋ ਕੇ ਜਾ ਰਹੇ ਹੋ? ਹਾਂਜੀ। ਤੁਹਾਡੀ ਕੋਈ ਟੀਮ ਦੇ ਨਾਲ ਬਾਈ ਜੀ ਕੋਈ, ਕਿਉਂਕਿ ਜਦੋਂ ਬੰਦਾ ਉੱਥੇ ਪਹੁੰਚ ਜਾਂਦਾ ਉਹਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਜਾਂਦੇ ਆ, ਕਈ ਤਰ੍ਹਾਂ ਦੇ ਰੋਸੇ ਆ ਜਾਂਦੇ ਆ, ਤੁਹਾਡੀ ਕੋਈ ਰੋਸਾ ਹੋਵੇ ਟੀਮ ਦੇ ਨਾਲ ਜਾਂ ਸਾਡੀਆਂ ਸੇਵਾਵਾਂ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ? ਕਿਸੇ ਗੱਲ ਦਾ ਕੋਈ ਰੁੱਸਾ ਨਹੀਂ ਬਾਈ। ਜਦੋਂ ਵੀ ਅਸੀਂ ਫੋਨ ਕਰਦੇ ਸੀ ਬਾਈ ਜੀ ਨੂੰ, ਬਾਈ ਸਾਰੇ ਦੱਸਦੇ ਤੁਹਾਡੇ ਕਾਗਜ਼ਾਂ ਜਿੱਥੇ ਆ ਅੱਜ ਇੱਥੇ ਆ। ਵੀ ਜਦੋਂ ਵੀਜ਼ਾ ਆ ਗਿਆ ਬਾਈ ਨੇ ਸਾਨੂੰ ਫੋਨ ਕਰਕੇ ਕਿਹਾ ਵੀ ਤੁਹਾਡਾ ਅੱਜ ਵੀਜ਼ਾ ਆ ਗਿਆ ਜੀ। ਮੈਨੂੰ ਲੱਗਦਾ ਹਰਜਿੰਦਰ ਸਿੰਘ ਆਪਣੀ ਕੁਝ ਦਿਨ ਪਹਿਲਾਂ ਮੁਲਾਕਾਤ ਹੋਈ ਸੀ ਜਿਸ ਦਿਨ ਤੁਹਾਡਾ ਮੈਡੀਕਲ ਹੋਇਆ ਸੀ ਮੈਕਸ ਹਸਪੀਟਲ। ਹਾਂਜੀ ਜੀ, ਉਹ ਇੱਕ ਨਾ ਮੈਂ ਜਦੋਂ ਮੈਡੀਕਲ ਹੋਣ ਲੱਗਿਆ ਤੇ ਮੈਨੂੰ ਉਹਨਾਂ ਨੇ ਬੱਚਿਆਂ ਨੇ ਪੁੱਛਿਆ ਵੀ ਅੰਕਲ ਜੀ ਤੁਸੀਂ ਕਿਸ ਬੇਸ ਤੇ ਚੱਲੇ ਹੋ? ਤੇ ਮੈਂ ਕਿਹਾ ਵੀ ਮੈਂ ਇਸ ਤਰ੍ਹਾਂ ਵਰਕ ਤੇ ਚੱਲਿਆ। ਤੇ ਜਦ ਕਿ ਉਹ ਕਹਿੰਦੇ ਵੀ ਤੁਹਾਡੇ ਨਾਲ ਠੱਗੀ ਹੋ ਗਈ ਜੀ, ਤੁਸੀਂ ਜਾ ਨਹੀਂ ਸਕਦੇ, ਤੁਸੀਂ ਜਮਾਂ ਅਨਪੜ੍ਹ ਬੰਦੇ ਹੋ, ਤੁਸੀਂ ਇਸ ਤਰ੍ਹਾਂ ਕੈਨੇਡਾ ਵਰਕ ਤੇ ਨਹੀਂ ਜਾ ਸਕਦੇ। ਤੇ ਮੈਂ ਕਿਹਾ ਵੀ ਜਦ ਮੈਂ ਕੋਈ ਰੁਪਈਆ ਹੀ ਨਹੀਂ ਦਿੱਤਾ ਤੇ ਬਿਨਾਂ ਠੱਗੀ ਕਾਹਦੀ ਹੋ ਗਈ ਆ। ਹੁਣ ਤੁਸੀਂ ਪੂਰੇ ਹੈਪੀ ਹੋ, ਸੈਟੀਸਫਾਈਡ ਹੋ? ਬਹੁਤ ਖੁਸ਼ ਹਾਂ ਜੀ। ਘਰ ਪਰਿਵਾਰ ਤੁਹਾਡਾ ਖੁਸ਼ ਹੈ? ਮੇਰਾ ਪੂਰਾ ਪਰਿਵਾਰ ਖੁਸ਼ ਹੈ ਜੀ। ਜਦ ਕਿ ਮੇਰੇ ਆਂਢੀ ਗੁਆਂਢੀ ਮੇਰੇ 25 ਤੋਂ 30 ਪਿੰਡਾਂ 'ਚ ਮੇਰਾ ਸਰਕਲ ਹੈ ਜੀ। ਉਹ ਪਿੰਡਾਂ ਵਾਲੇ ਜਿਹੜੇ ਜੱਟ ਮੇਰੇ ਜ਼ਿਮੀਂਦਾਰ ਭਰਾ ਸੀ ਉਹ ਯਕੀਨ ਨਹੀਂ ਕਰਦੇ ਵੀ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ ਜੀ। ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਜੀ, ਕਿਉਂਕਿ ਮੈਂ ਬਹੁਤ ਸਾਲਾਂ ਤੋਂ ਟਰਾਈ ਕਰ ਰਿਹਾ ਸੀ ਤੇ ਕਈ ਵਾਰ ਮੈਂ ਟੂਰਿਸਟ ਵੀਜ਼ਾ ਤੇ ਹੋਰ ਵਿਜ਼ਟਰ ਵੀਜ਼ਾ ਅਪਲਾਈ ਕਰ ਚੁੱਕਾ। ਪਹਿਲਾਂ ਰਿਫਿਊਜ਼ਲਾਂ ਵੀ ਲੱਗੀਆਂ ਹੋਈਆਂ ਸਨ ਹਨਾ ਤੁਹਾਡੇ? ਤੇ ਜਦੋਂ ਤੁਸੀਂ ਸਾਡੀ ਟੀਮ ਦੇ ਨਾਲ ਰਾਬਤਾ ਕਾਇਮ ਕੀਤਾ ਸਰਬਜੀਤ ਸਿੰਘ, ਜਦੋਂ ਤੁਸੀਂ ਕੇਸ ਅਪਲਾਈ ਕੀਤਾ ਤੁਹਾਨੂੰ ਸਾਡੀਆਂ ਸੇਵਾਵਾਂ ਕਿਸ ਤਰ੍ਹਾਂ ਦੀਆਂ ਲੱਗੀਆਂ? ਬਹੁਤ ਵਧੀਆ ਸੇਵਾਵਾਂ ਭਾਜੀ ਤੁਹਾਡੀਆਂ, ਤੇ ਬਹੁਤ ਵਧੀਆ ਤੁਸੀਂ ਗਾਈਡ ਕੀਤਾ, ਬਹੁਤ ਵਧੀਆ ਤਰੀਕੇ ਨਾਲ ਜਿਹੜਾ ਮੇਰਾ ਕੇਸ ਹੈਂਡਲ ਕੀਤਾ ਅਤੇ ਜਿਹੜਾ ਨਤੀਜਾ ਇਹ ਹੈ ਕਿ ਅੱਜ ਇੰਨੇ ਸਾਲਾਂ ਬਾਅਦ ਮੇਰੇ ਹੱਥ ਵਿੱਚ ਕੈਨੇਡਾ ਦਾ ਵੀਜ਼ਾ। ਤੇ ਕੀ ਤਰੀਕਾ ਕੀ ਉਹਦਾ ਪੀਆਰ ਉਹ ਦਾ? ਕੋਈ ਵੀ ਬੰਦਾ ਜਿਹੜਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਉਹ +2 ਕੀਤਾ ਹੋਣਾ ਚਾਹੀਦਾ ਲਾਜ਼ਮੀ, ਔਰ ਉਹਦਾ ਆਈਲੈਟਸ ਚੋਂ 4.5 ਬੈਂਡ ਹੋਣੇ ਚਾਹੀਦੇ ਆ। ਕੈਨੇਡਾ ਦੇ ਵਿੱਚ 13-14 ਸੂਬੇ ਆ ਜੀ, ਹਰ ਸੂਬੇ ਦੇ ਵਿੱਚ ਲਗਭਗ ਇੱਕ ਸੂਬੇ ਦੇ ਜਿਹੜਾ ਪ੍ਰੋਵਿੰਸ ਨੋਮੀਨੇਸ਼ਨ ਪ੍ਰੋਗਰਾਮ ਆ ਉਹਦੇ ਚ 8 ਤੋਂ 10 ਕੈਟਾਗਰੀਜ਼ ਹੈਗੀਆਂ। ਜੇ ਮੈਂ ਗੱਲ ਕਰਾਂ ਤਾਂ 150 ਤਰੀਕਾ ਹੈਗਾ ਕੈਨੇਡਾ ਦੇ ਵਿੱਚ ਪੱਕਾ ਹੋਣ ਦਾ, ਜਿਹੜਾ ਸਿਰਫ ਮਤਲਬ ਅਲੱਗ-ਅਲੱਗ ਸਟੇਟਾਂ ਦੇ ਜ਼ਰੀਏ ਫੈਡਰਲ ਤੋਂ ਪਹਿਲਾਂ ਫੈਡਰਲ ਚ ਬਾਅਦ ਜਾਣਾ, ਪਹਿਲਾਂ ਤੁਸੀਂ ਕਿਸੇ ਵੀ ਇੱਕ ਖਿੱਤੇ ਨੂੰ ਚੁਣਨਾ ਕਿ ਇਸ ਖਿੱਤੇ ਦੇ ਵਿੱਚ ਮੇਰਾ ਜਿਹੜਾ ਪੇਸ਼ਾ ਔਨ ਡਿਮਾਂਡ ਆ, ਉੱਥੇ ਤੁਹਾਨੂੰ ਕੋਈ ਵੀ ਬੰਦਾ ਨੌਕਰੀ ਦੇਣ ਵਾਲਾ ਮਿਲ ਜਾਂਦਾ
ਜਿਹਨੂੰ ਕਿ ਪੰਜਾਬੀ 4 ਸਟੇਟਾਂ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ। ਪਹਿਲਾਂ ਉਹ ਪਾਇਲਟ ਪ੍ਰੋਗਰਾਮ ਬਣਾ ਕੇ ਕੈਨੇਡੀਅਨ ਗੌਰਮੈਂਟ ਨੇ ਉਹਨੂੰ ਇੰਟਰੋਡਿਊਸ ਕੀਤਾ ਸੀ 2017 ਦੇ ਵਿੱਚ। 2017 ਤੋਂ 19 ਤੱਕ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਚੱਲਿਆ। ਨਵੰਬਰ 19 ਦੇ ਵਿੱਚ ਉਹ 2 ਸਾਲ ਦੀ ਉਹਦੀ ਮਿਆਦ ਪੁੱਗਣ ਤੋਂ ਬਾਅਦ ਕੈਨੇਡੀਅਨ ਗੌਰਮੈਂਟ ਨੇ ਉਹਨੂੰ 2 ਸਾਲ ਲਈ ਫਿਰ ਵਧਾ ਦਿੱਤਾ। ਫਿਰ ਉਹ ਨਵੰਬਰ 2021 ਤੱਕ ਚੱਲਿਆ। ਹੁਣ 21 ਤੋਂ ਉਹਨੂੰ ਪਾਇਲਟ ਕੈਟਾਗਰੀ ਚੋਂ ਹਟਾ ਕੇ ਇੱਕ ਸਿੰਪਲ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਬਣਾ ਦਿੱਤਾ ਗਿਆ, ਜਿਹਦੇ ਤਹਿਤ 4 ਬੈਂਡ ਵਾਲਾ ਜਿਹੜਾ ਬੰਦਾ 3.5 ਬੈਂਡ ਵਾਲਾ ਬੰਦਾ ਵੀ PR ਲੈ ਸਕਦਾ, ਕੈਨੇਡਾ ਦੀ PR ਲੈ ਸਕਦਾ। ਸਨੀ ਫੈਮਿਲੀ ਉਹ ਤਾਂ ਦੇਖੋ ਜੀ, ਜੇ ਮੇਨ ਐਪਲੀਕੈਂਟ ਪਰਮਾਨੈਂਟ ਰੈਜ਼ੀਡੈਂਸੀ ਤੇ ਮੂਵ ਕਰੂਗਾ, ਉਹਦੇ ਬੱਚੇ ਜਿਨ੍ਹਾਂ ਦੀ ਉਮਰ 22 ਸਾਲ ਤੋਂ ਘੱਟ ਆ ਔਰ ਉਹਨਾਂ ਦੀ ਐਜੂਕੇਸ਼ਨ ਨਾਲ ਚੱਲ ਰਹੀ ਆ ਔਰ ਉਹਨਾਂ ਦੀ ਵਾਈਫ ਉਹਨਾਂ ਦੀ ਨਾਲ ਹੀ PR ਹੋਣੀ ਆ ਔਰ 50 ਸਾਲ ਤੱਕ ਦੀ ਉਮਰ ਦਾ ਬੰਦਾ ਵੀ ਜਿਹੜਾ ਆਪਣੀ PR ਅਪਲਾਈ ਕਰ ਸਕਦਾ। ਪਰ ਹਾਂ ਬਸ਼ਰਤ ਅੱਜ ਬੜੀ ਮੈਂ ਮਤਲਬ ਇੱਥੇ ਦੱਸਦਿਆਂ ਅਫਸੋਸ ਹੋ ਰਿਹਾ, ਮੇਰੇ ਕਾਫੀ ਮਿੱਤਰ ਕਾਫੀ ਸਰਕਲ ਮੇਰਾ ਹਰਿਆਣੇ ਦੇ ਵਿੱਚ ਹੈਗਾ, ਬਹੁਤ ਸਾਰੇ ਦੋਸਤਾਂ ਦੇ ਨਾਲ ਵਾਹ ਵਾਸਤਾ ਪਿਆ, ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜੂਗੀ ਸੁਣ ਕੇ, ਠੀਕ ਆ ਜੀ, ਕਿ 80 ਲੱਖ ਰੁਪਈਆ ਪਰਿਵਾਰ ਸਮੇਤ 2 ਨੰਬਰ ਦੇ ਨਾਲ USA ਜਿਹੜੇ ਐਂਟਰੀਆਂ ਲੈਂਦੇ ਮੈਕਸੀਕੋ ਵਾਇਆ ਜਾਂ ਇੱਧਰ ਉੱਧਰ, ਉੱਥੇ ਜਾ ਕੇ ਫਿਰ ਬਾਉਂਡ ਭਰਦੇ ਆ, ਜੇਲ੍ਹਾਂ 'ਚ ਟਾਈਮ ਕੱਟਦੇ। 80 ਲੱਖ ਰੁਪਈਆ ਹਰਿਆਣੇ ਦੇ ਵਿੱਚ ਲੋਕ ਦੇ ਰਹੇ ਆ, ਜੋ ਕਿ ਬਿਲਕੁਲ ਗਲਤ ਆ। ਇਹਦਾ ਆਪਾਂ ਕਹਿ ਸਕਦੇ ਹਾਂ ਵੀ ਮਤਲਬ ਇਲੀਗਲ ਤਰੀਕੇ ਨਾਲ ਜਾਣ ਨਾਲੋਂ ਤੁਹਾਡੇ ਕੋਲੇ ਲੀਗਲ ਤਰੀਕਾ ਹੈਗਾ ਹੈ, ਤੁਹਾਡੇ ਕੋਲੇ ਕੈਨੇਡਾ ਦੀ PR ਤੁਸੀਂ ਸਿੱਧਾ ਲੈ ਸਕਦੇ ਹੋ, ਉਹ ਵੀ ਵਿਦ ਫੈਮਿਲੀ ਲੈ ਸਕਦੇ ਹੋ ਤੇ ਉਦੋਂ ਵੀ ਘੱਟ ਪੈਸਿਆਂ ਤੋਂ ਲੈ ਸਕਦੇ ਹੋ ਨਾ। ਸਰ ਸੰਧੂ ਸਾਹਿਬ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਬਾਰ-ਬਾਰ ਆਉਂਦੀ ਆ ਵੀ ਜੇ ਕੈਨੇਡਾ ਦੀ PR ਤੁਸੀਂ ਸਿੱਧਾ ਲੈ ਸਕਦੇ ਹੋ, ਫਿਰ ਸਟੂਡੈਂਟ ਵੀਜ਼ੇ ਦੀ ਕੀ ਲੋੜ ਆ? ਫਿਰ ਹਸਬੈਂਡ ਵਾਈਫ ਸਿੱਧਾ ਹੀ PR ਕਿਉਂ ਨਾ ਅਪਲਾਈ ਕਰਨਾ? ਸਰ ਜਿਹੜਾ ਸਟੂਡੈਂਟ ਵੀਜ਼ੇ ਦੇ ਕੈਂਡੀਡੇਟ ਜਾ ਰਿਹਾ ਉਹ ਡਿਫਰੈਂਟ ਆ। ਬੱਚਾ +2 ਤੋਂ ਬਾਅਦ ਕਿਸੇ ਫੀਲਡ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ, ਪੜ੍ਹਨਾ ਚਾਹੁੰਦਾ। ਪਰ ਇੱਥੇ ਤਾਂ ਵਿਆਹ ਕਰਾ ਕੇ ਜਾ ਰਹੇ ਆ ਨਾ ਸਾਰੇ। ਸਰ ਸਾਰੇ ਵਿਆਹ ਕਰਵਾ ਕੇ ਨਹੀਂ ਜਾ ਰਹੇ। ਇੱਥੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਟੌਪ ਮੋਸਟ ਯੂਨੀਵਰਸਿਟੀਜ਼ ਹੈਗੀਆਂ, UBC ਲਾ ਲਓ ਤੁਸੀਂ ਕੈਨੇਡਾ ਦੇ ਵਿੱਚ, ਕੈਨੇਡਾ ਵੈਸਟ ਯੂਨੀਵਰਸਿਟੀ 'ਚ ਬਹੁਤ ਬੱਚੇ ਜਾ ਰਹੇ, ਯੂਨੀਵਰਸਿਟੀ ਆਫ ਟੋਰਾਂਟੋ 'ਚ ਬਹੁਤ ਬੱਚੇ ਜਾ ਰਹੇ, ਯੂਨੀਵਰਸਿਟੀ ਆਫ ਵੈਨਕੂਵਰ 'ਚ ਬਹੁਤ ਬੱਚੇ ਜਾ ਰਹੇ। ਬਹੁਤ ਸਾਰਾ ਜਿਹੜਾ ਸਟੂਡੈਂਟ ਆ ਉਹ ਜੈਨੂਅਨ ਤੌਰ 'ਤੇ ਆਪਣਾ ਕਰੀਅਰ ਬਣਾਉਣ ਦੇ ਲਈ ਜਾ ਰਿਹਾ। ਔਰ ਅੱਜ ਆਪਾਂ ਮੈਂ USA 'ਚ ਗੱਲ ਕਰਾਂ, ਫੇਸਬੁੱਕ ਦੇ ਵਿੱਚ ਦੇਖੋ ਬਹੁਤ ਸਾਰੇ ਪੰਜਾਬੀ ਉੱਚ ਪੋਸਟਾਂ 'ਤੇ ਬੈਠੇ, ਗੂਗਲ ਦੇ ਵਿੱਚ ਦੇਖੋ ਤੁਸੀਂ, ਐਮਾਜ਼ੋਨ 'ਚ ਬੜੇ, ਯਾਨੀ ਜਿੰਨੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ, ਫਿਰ ਤੁਸੀਂ ਆ ਸਟਾਰਟਅਪ ਲੈ ਲਓ, ਤੁਸੀਂ ਸਟਰਾਈਪ ਦਾ ਲੈ ਲਓ ਹੈ ਨਾ, IT ਦਾ, ਉਸ 'ਚ ਬਹੁਤ ਸਾਰੇ ਪੰਜਾਬੀ ਜਿਹੜੇ ਲੋਕ ਆ ਚੰਗੀਆਂ ਪੋਸਟਾਂ 'ਤੇ ਜੋਬ ਕਰ ਰਹੇ। ਉਹ ਸਾਰੇ ਹੀ ਉਸ ਤਰੀਕੇ ਦੇ ਨਾਲ ਨਹੀਂ ਗਏ। ਹਾਂ, ਜਦੋਂ ਇਮੀਗ੍ਰੇਸ਼ਨ ਫੀਲਡ ਦੀ ਮੀਡੀਆ ਐਕਚੁਅਲੀ ਹੁੰਦਾ ਕੀ ਹੈ ਨਾ ਸਰ, ਦੇਖੋ ਕੋਈ ਵੀ ਬੰਦਾ ਰਾਤੋਂ ਰਾਤ ਅਮੀਰ ਨਹੀਂ ਹੋ ਜਾਂਦਾ। ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੀ ਗੱਲ ਕਰੀਏ, ਅੱਜ ਉਹਨਾਂ ਦੀਆਂ ਗੱਡੀਆਂ ਵੇਖ ਕੇ ਤੇ ਦਫ਼ਤਰ ਵੇਖ ਕੇ ਛੇਤੀ ਉਹਨਾਂ ਨੂੰ ਬਲੈਕਮੇਲ ਕਰਨ ਦੇ ਨਜ਼ਰੀਏ ਦੇ ਨਾਲ ਜਾਂ ਉਹਨਾਂ ਨੂੰ ਡੀਫੇਮ ਕਰਨ ਦੇ ਨਜ਼ਰੀਏ ਦੇ ਨਾਲ ਮੀਡੀਆ ਬਹੁਤ ਵੱਡੀਆਂ ਵੱਡੀਆਂ ਖਬਰਾਂ ਬਣਾ ਕੇ ਦੇ ਦਿੰਦਾ। ਪਰ ਉਹਨਾਂ ਪਿੱਛੇ ਉਹਨਾਂ ਦੀ ਤਪੱਸਿਆ ਵੀ ਆ। ਇੱਕ ਬੰਦਾ ਸਾਲ ਦੇ ਵਿੱਚ 365 ਦਿਨ ਸਰ ਉਹ ਪੂਰਾ ਦਿਨ ਪੂਰਾ ਰਾਤ ਕੰਮ ਕਰ ਰਹੇ ਆ। ਇੱਕ ਸਟੂਡੈਂਟ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹਨੂੰ ਜਿਹੜਾ ਮਤਲਬ ਪ੍ਰੋਪਰ ਗਾਈਡ ਕਰਨਾ, ਉਹਦੀਆਂ SOPs ਲਿਖਾਉਣੀਆਂ, ਉਹਨੂੰ ਇੰਟਰਵਿਊ ਲਈ ਪ੍ਰਪੇਅਰ ਕਰਨਾ, ਉਹਦੇ ਕੋਰਸ ਦੀ ਸਿਲੈਕਸ਼ਨ ਕਰਨੀ, ਇੰਨਾ ਕੁਛ ਕਰਨ ਦੇ ਬਾਵਜੂਦ ਵੀ ਮੈਨੂੰ ਲੱਗਦਾ ਜਿਹੜਾ ਸਾਡਾ ਕਾਰੋਬਾਰ ਹੈਗਾ ਨਾ, ਬਿਲਕੁਲ ਇੱਕ ਕਿਸਾਨ ਵਰਗਾ ਕਾਰੋਬਾਰ ਆ। ਜਿੱਦਾਂ ਕਿ ਕਿਸਾਨ ਇੰਨੀ ਮਿਹਨਤ ਕਰਨ ਤੋਂ ਬਾਅਦ ਆਪਣੀ ਫਸਲ ਆਸਮਾਨ 'ਚ ਖੁੱਲੀ ਛੱਡ ਦਿੰਦਾ, ਪਤਾ ਨਹੀਂ ਮੌਸਮ ਨੇ ਕੀ ਕਰਨਾ ਕੀ ਨਹੀਂ ਕਰਨਾ, ਸੇਮ ਇੰਨੀ ਮਿਹਨਤ ਕਰਨ ਤੋਂ ਬਾਅਦ ਜਿਹੜੀ ਪੂਰੀ ਦੀ ਪੂਰੀ ਫਾਈਲ ਆ ਉਹ ਵੀਜ਼ਾ ਆਫਿਸਰ ਦੇ ਹੱਥ 'ਚ ਆ। ਮੇ ਬੀ ਉਹ ਕਿਸੇ ਵੀ ਕਾਰਨ ਕਰਕੇ ਸੈਟਿਸਫਾਈਡ ਨਹੀਂ ਆ ਜਾਂ ਉਹਦਾ ਮੂਡ ਹੀ ਸੈੱਟ ਨਹੀਂ ਆ, ਉਹ ਇੱਕ ਲਾਈਨ ਲਿਖ ਦਿੰਦਾ, ਬੜੀ ਈਜ਼ੀਲੀ ਲਾਈਨ ਆ ਕਿ ਯੂ ਵਿਲ ਨਾਟ ਕਮ ਬੈਕ ਟੂ ਯੂਰ ਹੋਮ ਕੰਟਰੀ, ਜਾਂ ਆਈ ਐਮ ਨਾਟ ਮਤਲਬ understand ਕਿ your bona fide ID is okay, ਜਾਂ you will not come back to your home country, ਜਾਂ ਜਿਹੜਾ ਤੁਹਾਡਾ purpose of travel ਹੈਗਾ ਉਹ ਮੈਨੂੰ ਕਲੀਅਰ ਨਹੀਂ ਹੈਗਾ। ਮੈਂ ਉਹਦੇ ਨਾਲ ਇੱਕ ਹੋਰ ਬੜੀ ਹੋਰ ਕਿ ਤੁਹਾਡੀ ਕੰਟਰੀ ਦੇ ਇਕਨੋਮਿਕਲ ਕੰਡੀਸ਼ਨ ਜਿਹੜੀ ਹੈ ਠੀਕ ਨਹੀਂ ਹੈਗੀ, ਤੁਸੀਂ ਸਿਵਲ ਵਾਰ 'ਚੋਂ ਇੱਦਾਂ ਦੀ ਇੱਕ ਲਾਈਨ ਲਿਖ ਕੇ ਵੀਜ਼ਾ ਆਫਿਸਰ ਤਾਂ ਪਾਸੇ ਹਟ ਜਾਂਦਾ। ਤਾਂ ਇਹਦਾ ਮਤਲਬ ਬਹੁਤ ਸਾਰੇ ਜਿਹੜੇ ਸਾਡੇ ਸਟੂਡੈਂਟ ਆ ਜਾਂ ਜਿਹੜੇ ਸਾਡੇ ਕਲਾਇੰਟ ਹੈਗੇ ਆ ਜਾਂ ਜਿਹੜਾ ਸਾਡਾ ਸਰਕਾਰੀ ਤੰਤਰ ਹੈਗਾ, ਉਹ ਇੱਥੇ ਆ ਕੇ ਇੱਕੋ ਕੁਐਸਚਨ ਮਾਰਕ ਲਾ ਦਿੰਦਾ ਕਿ ਇਮੀਗ੍ਰੇਸ਼ਨ ਕੰਸਲਟੈਂਟ ਦੀ ਗਲਤੀ ਆ। ਬਿਲਕੁਲ। ਸੋ ਸੰਧੂ ਸਾਹਿਬ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਤਾਂ ਵਧੀਆ ਤਰੀਕੇ ਦੇ ਨਾਲ ਸਹੀ ਤਰੀਕੇ ਨਾਲ ਵਾਕਈ ਪੜ੍ਹਨ ਦੀ ਨੀਤ ਦੇ ਨਾਲ ਉੱਥੇ ਜਾਂਦੇ ਨੇ ਉਹਨਾਂ ਲਈ ਤਾਂ ਸਟੂਡੈਂਟ ਵੀਜ਼ਾ ਵਧੀਆ ਹੈ। ਪਰ ਜਿਹੜੇ ਇੱਥੇ ਸੱਗੀ ਨਾਲ ਪਰਾਂਦਾ ਬੰਨ੍ਹਿਆ ਜਾਂਦਾ ਕਈ ਵਾਰੀ ਹੈ ਨਾ, ਕੁੜੀ ਨੇ ਆਈਲੈਟਸ ਕਰ ਲਈ ਅਤੇ ਨਾਲ ਮੁੰਡਾ ਜਿਹੜਾ ਉਹ ਕਹਿੰਦਾ ਖਰਚਾ ਕਰ ਦਿਓ ਹੈ ਨਾ। ਇੱਥੇ ਹੁਣ ਪੰਜਾਬ ਦੇ ਵਿੱਚ ਜਿਹੜਾ ਬੜਾ ਰੁਝਾਨ ਚੱਲਿਆ, ਅਗਲਾ ਇਹ ਨਹੀਂ ਕਹਿੰਦਾ ਸਾਨੂੰ ਕੁੜੀ ਲੱਭ ਗਈ, ਅਗਲਾ ਕਹਿੰਦਾ ਸਾਨੂੰ ਆਈਲੈਟਸ ਵਾਲੀ ਕੁੜੀ ਲੱਭ ਗਈ ਹੈ ਨਾ। ਵੀ ਉਹ ਜਿਹੜਾ ਰੁਝਾਨ ਚੱਲਿਆ ਹੋਇਆ ਉਹਦੇ ਲਈ ਬੈਟਰ ਆਪਸ਼ਨ PR ਆ, ਬਜਾਏ ਕਿ ਤੁਸੀਂ ਪਹਿਲਾਂ ਕੁੜੀ ਜਾਊਗੀ ਫਿਰ ਉੱਥੇ ਜਾ ਕੇ ਕੁੜੀ ਦੇ ਬਦਲਣ ਦੇ ਚਾਂਸ ਬਹੁਤ ਜ਼ਿਆਦਾ। 80% ਜਿਹੜੀਆਂ ਕੁੜੀਆਂ ਕਹਿੰਦੇ ਆ ਵੀ ਪੰਜਾਬ ਦੇ ਵਿੱਚੋਂ ਜਦੋਂ ਜਾਂਦੀਆਂ ਉੱਥੇ ਬਦਲ ਜਾਂਦੀਆਂ, ਫਿਰ ਉਹਨਾਂ ਦੇ ਲਈ ਇਹ ਆਪਸ਼ਨ ਬੈਟਰ ਆ ਐਜ਼ ਕੰਪੇਅਰ ਟੂ ਦੈਟ ਸਟੱਡੀ ਵੀਜ਼ਾ। ਸਰ ਉਹਦੇ 'ਚ ਵੀ ਮੈਨੂੰ ਲੱਗਦਾ ਜੇ ਮੇਰੇ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤਾਂ ਪਹਿਲੀ ਗੱਲ ਜਿਹੜਾ +2 ਵਾਲੇ ਬੱਚੇ ਦੀ ਮੈਰਿਜ ਕਰ ਰਹੇ ਆ ਨਾ ਸਾਡੇ ਪੰਜਾਬੀ, ਉਹ ਗਲਤ ਕਰ ਰਹੇ ਆ।
ਉਸ ਤੋਂ ਇਲਾਵਾ ਬੱਚਿਆਂ ਦੀ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਆ ਗਿੱਲ ਸਾਹਿਬ ਉਸ 'ਚ। ਤੁਹਾਡੇ ਕੰਸਲਟੈਂਟ ਦੇ ਨਾਲ ਤੁਹਾਡੇ ਫੈਮਿਲੀ ਦੇ ਜਿਹੜੇ ਕਾਉਂਸਲਰ ਆ ਉਹ ਵੀ ਵਧੀਆ ਹੋਣੇ ਚਾਹੀਦੇ ਤੁਹਾਡੇ ਬੱਚਿਆਂ ਨੂੰ, ਜਿਨ੍ਹਾਂ ਨੇ ਕਾਉਂਸਲਿੰਗ ਕਰਕੇ ਭੇਜਣਾ, ਜਿਨ੍ਹਾਂ ਨੇ ਉਹਨਾਂ ਨੂੰ ਸੁਝਾਅ ਦੇਣੇ ਆ। ਬਿਲਕੁਲ। ਸਟੂਡੈਂਟ ਜਿਹੜਾ +2 ਵਾਲਾ ਤੁਸੀਂ ਆਪਣੇ ਘਰ ਆਪਣੇ ਬੱਚਿਆਂ ਤੇ ਲੈ ਕੇ ਆਓ, ਬੱਚਾ ਕਈ ਵਾਰ ਅਵੇਅਰ ਹੀ ਨਹੀਂ ਹੁੰਦਾ। ਉਹ ਮਤਲਬ ਇਹ ਨਹੀਂ ਪਤਾ ਸਬਜੈਕਟ ਕਿਹੜੇ ਲੈਣੇ, ਤੁਸੀਂ ਵਿਆਹ ਕਰਤਾ। ਉਹ ਕਈ ਵਾਰੀ ਨਾ ਮਜਬੂਰੀ ਪੇਰੈਂਟਸ ਦੀ ਵੀ ਆ। ਤੁਸੀਂ ਅੱਜ ਤੋਂ 15 ਸਾਲ ਪਿੱਛੇ ਜਾਓ, ਪੰਜਾਬ ਦੇ ਵਿੱਚ ਆਮ ਹੀ ਖਬਰਾਂ ਆਉਣ ਲੱਗ ਗਈਆਂ ਸੀ ਕਿ ਦਾਜ ਦੇ ਨਾਲ ਇੱਥੇ ਮੌਤ ਹੋ ਗਈ, ਦਾਜ ਦੇ ਨਾਲ ਇੱਥੇ ਮੌਤ ਹੋ ਗਈ। ਅੱਜ ਤੁਹਾਨੂੰ ਇਹ ਕੋਈ ਖਬਰ ਨਹੀਂ ਮਿਲੂਗੀ। ਮੈਨੂੰ ਲੱਗਦਾ ਵੀ ਆਈਲੈਟਸ ਨੇ ਜਿਹੜਾ ਸਾਡੇ ਲੜਕੀਆਂ ਦੇ ਲਈ ਇੰਨਾ ਕੁ ਵਧੀਆ ਕੰਮ ਕੀਤਾ ਨਾ, ਦਾਜ ਪ੍ਰਥਾ ਖਤਮ ਕਰਤੀ। ਮੈਂ ਕਹਿੰਦਾ ਜੀ ਸਰਕਾਰਾਂ ਨੇ ਕਰੋੜਾਂ ਰੁਪਈਆਂ ਦੀਆਂ ਐਡ ਚਲਾਈਆਂ ਕਿ ਧੀਆਂ ਹੀ ਦਹੇਜ ਆ, ਧੀਆਂ ਲਓ ਹਨਾ, ਦਹੇਜ ਨੂੰ ਮਨਾ ਕਰੋ। ਕਿੰਨੇ ਤਰ੍ਹਾਂ ਦੀਆਂ ਐਡਸ ਆਉਂਦੀਆਂ ਰਹੀਆਂ, ਫਿਰ ਕਿੰਨੇ ਤਰ੍ਹਾਂ ਦੇ ਸਿਸਟਮ ਚਲਾਏ, ਕਿੰਨਾ ਸਰਕਾਰੀ ਤੰਤਰ ਦਾ ਪੈਸਾ ਲੱਗਾ, ਸਾਰਾ ਜਿਹੜਾ ਉਹ ਵਿਅਰਥ ਸੀਗਾ। ਪਰ ਆਈਲੈਟਸ ਦੇ ਆਉਣ ਦੇ ਨਾਲ ਜਿਹੜੀ ਕੁੜੀਆਂ ਦੀ ਇੱਜ਼ਤ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਕਿਉਂਕਿ ਅੱਜ ਮੈਨੂੰ ਨਹੀਂ ਲੱਗਦਾ ਵੀ ਦਹੇਜ ਦੀ ਗੱਲ ਹੈ ਨਾ, ਦਹੇਜ ਇੱਕ ਪੁਰਾਣਾ ਸਬਜੈਕਟ ਹੋ ਗਿਆ, ਜਿਹੜਾ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਐਸੇ ਵੀ ਦਹੇਜ ਤੇ ਆਉਣ ਲੱਗੇ ਸੀਗੇ ਵੀ ਇੱਕ ਉਦੋਂ ਉਸ ਸਮੇਂ ਸਮਾਜ ਦਾ ਇੱਕ ਬੜਾ ਜਿਹੜਾ ਹੈਗਾ ਵੀ ਉਹ ਧੱਬਾ ਸੀਗਾ ਸਮਾਜ ਤੇ। ਪਰ ਅੱਜ ਉਹ ਉਸ ਜਗ੍ਹਾ ਤੇ ਨਹੀਂ ਰਿਹਾ। ਅੱਜ ਜਿਹੜਾ ਉਹ ਲੁਕ ਗਿਆ। ਅੱਜ ਹੁਣ ਕੋਈ ਨਾ ਕਹਿੰਦੇ ਜਦੋਂ ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ, ਜਦੋਂ ਅਸੀਂ ਚੱਲਦੇ ਹਾਂ, ਉਹ ਕਹਿੰਦੇ ਜਦੋਂ ਤੁਸੀਂ ਰੋਡ ਤੇ ਚੱਲੋਗੇ ਕੰਡਾ ਵੀ ਵੱਜੂਗਾ, ਗੱਡੀ ਪੈਂਚਰ ਵੀ ਹੋਊਗੀ। ਹਾਂ, ਤੁਸੀਂ ਉਹ ਪੈਂਚਰ ਨੂੰ ਕਿੱਡੇ ਸੁਚੱਜੇ ਢੰਗ ਨਾਲ ਲਾ ਕੇ ਦੁਬਾਰਾ ਆਪਣੀ ਜਿਹੜੀ ਜਰਨੀ ਕਿੱਦਾਂ ਸ਼ੁਰੂ ਕਰਦੇ ਹੋ ਹਨਾ, ਹਾਂ ਉਹ ਬੈਟਰ ਕਰਦਾ। ਤਾਂ ਇਹ ਨਾਲ ਚੱਲਣਾ ਸਮਾਜ ਦਾ ਇੱਕ ਨਿਖੜਵਾਂ ਅੰਗ ਆ। ਜੇ ਸਾਰਾ ਕੁਝ ਹੀ ਸਹੀ ਹੋਣ ਲੱਗ ਗਿਆ ਤਾਂ ਫਿਰ ਮਤਲਬ ਸਾਰਾ ਕੁਝ ਹੀ ਪੋਜ਼ਿਟਿਵ ਹੋਣ ਲੱਗ ਗਿਆ ਤਾਂ ਸਤਯੁਗ ਹੀ ਆ ਗਿਆ ਨਾ ਦੁਬਾਰਾ। ਇਹ ਨਾਲ ਚੱਲੂਗਾ। ਪਰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਲੋਕ ਮਾੜੇ ਨਹੀਂ ਆ, ਸਾਰੇ ਲੋਕ ਚੰਗੇ ਨਹੀਂ ਆ। ਪਰ ਜਿੱਥੇ ਕਿਤੇ ਇਦਾਂ ਦੀ ਪ੍ਰੋਬਲਮ ਆਉਂਦੀ ਆ, ਉੱਥੇ ਨੂੰ ਉਛਾਲਣ ਦੀ ਬਜਾਏ ਉੱਥੇ ਸਾਡੇ ਲੋਕ ਕੀ ਕਰਦੇ ਨੇ, ਇੱਕ ਬੜੀ ਵੱਡੀ ਕਮੀ ਆ, ਸਾਡੇ ਲੋਕ ਹਾਈਪਰ ਹੋ ਕੇ ਬੋਲਚਾਲ ਹੀ ਬੰਦ ਕਰ ਦਿੰਦੇ। ਅਸੀਂ ਉਹਨੂੰ ਨਾ ਸੌਟ ਆਊਟ ਕਰਨ ਵਾਲਾ ਜਿਹੜਾ ਹੈਗਾ ਉਹ ਰਸਤਾ ਬੰਦ ਕਰਦੇ। ਉਹਨੂੰ ਸੌਟ ਆਊਟ ਦਾ ਜਿਹੜਾ ਰਸਤਾ ਬੰਦ ਨਾ ਕੀਤਾ ਜਾਵੇ, ਬੱਚਿਆਂ ਦੀ ਪ੍ਰੋਪਰ ਕਾਉਂਸਲਿੰਗ ਹੋਵੇ, ਤਾਂ ਮੈਨੂੰ ਲੱਗਦਾ ਬਹੁਤ ਸਾਰਾ ਜਿਹੜਾ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਉਹਨਾਂ ਤੋਂ ਬਚਿਆ ਜਾ ਸਕਦਾ। ਸਮੇਂ ਨੂੰ ਵਿਚਾਰਨ ਦੀ ਲੋੜ ਆ ਬਜਾਏ ਕਿ ਰੌਲਾ ਪਾਉਣ ਦੀ ਹਨਾ। ਸਮਾਂ ਜਿਹੜਾ ਉਹ ਲੰਘ ਜਾਂਦਾ, ਜਿਹੜਾ ਔਖਾ ਸਮਾਂ, ਉਸ ਤੋਂ ਬਾਅਦ ਬੰਦਾ ਆਪੇ ਨਾਰਮਲ। ਇੱਥੇ ਇੱਕ ਹੋਰ ਵੀ ਪਰੇਸ਼ਾਨੀ ਆਉਂਦੀ ਹੈ ਜੀ। ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਨਾ, ਸਾਨੂੰ ਆ ਕੇ ਕਹਿੰਦੇ ਜੀ ਸਾਡਾ ਫਲਾਨਾ ਗਿਆ ਸੀ, ਉਹਨੇ ਸਲਾਹ ਦਿੱਤੀ, ਸਾਨੂੰ ਫਲਾਨੇ ਨੇ ਸਲਾਹ ਦਿੱਤੀ। ਸਾਡੇ ਲੋਕ ਨਾ, ਪੰਜਾਬੀਆਂ ਦੀ ਇੱਕ ਪ੍ਰੋਬਲਮ ਆ, ਇਹ ਮੰਨ ਕੇ ਚੱਲੋ ਤੁਸੀਂ ਕਾਰ ਵਿੱਚ ਹੀ ਇੱਕ ਐਫੀਡੇਵਿਟ ਬਣਾਉਣਾ, ਇਹ ਕਚਹਿਰੀ 'ਚ ਜਾਂਦੇ ਆਪਣੇ ਆਪ ਹੀ ਵਕੀਲ ਬਣ ਜਾਂਦੇ ਆ, ਆਪਣੇ ਆਪ ਹੀ ਅਰਜੀ ਨਵੀਸ ਬਣ ਜਾਂਦੇ ਆ। ਜਿੱਦੇ ਪੰਜਾਬੀ ਇਹ ਕੰਮ ਬੰਦ ਕਰ ਦੇਣਗੇ, ਤੁਸੀਂ ਬਾਅਦ ਦੇ ਵਿੱਚ ਲੱਖਾਂ ਰੁਪਈਆ ਵੇਸਟ ਕਰਨ ਨਾਲੋਂ ਪਹਿਲਾਂ ਉਹੀ ਕਿਸੇ 200-500 ਰੁਪਈਏ ਵਾਲਾ ਸਲਾਹਕਾਰ ਫੀਸ ਅਦਾ ਕਰਕੇ ਕਿਸੇ ਤਹਿਸੀਲ 'ਚ ਬੈਠੇ ਨਾਰਮਲ ਵਕੀਲ ਦੀ ਸਲਾਹ ਲੈ ਕੇ ਉਹ ਕੰਮ ਕਰੋ। ਇੱਦਾਂ ਹੀ ਜਦੋਂ ਤੁਸੀਂ ਮਤਲਬ ਇਹ ਕੰਮ ਪਹਿਲਾਂ ਕਰਨਾ, ਤੁਸੀਂ ਇਕੱਲੀਆਂ YouTube ਦੀਆਂ ਵੀਡੀਓ ਦੇਖ ਕੇ ਨਾ ਕਰੋ। YouTube ਤੇ ਤਾਂ ਗੋਡਿਆਂ ਦੀ ਸਰਜਰੀ ਵੀ ਪਈ ਆ, ਤਾਂ ਆਪਾਂ ਘਰੇ ਥੋੜੀ ਨਾ ਗੋਡੇ ਬਦਲ ਲਾਂਗੇ ਕਿਸੇ ਬਜ਼ੁਰਗ ਦੇ। ਉਹਦੇ ਲਈ ਤੁਹਾਨੂੰ ਪਹਿਲਾਂ ਜਿਹੜਾ ਪ੍ਰੋਪਰ ਐਜੂਕੇਸ਼ਨਲ ਮਾਹਰ ਹੈਗਾ ਉਹਦੀ ਸਲਾਹ ਲਓ। ਸਰ, ਡਾਇਰੀ ਦਾ ਕੰਸੈਪਟ ਸਾਡੇ ਲੋਕਾਂ ਨੇ ਬਾਹਰੋਂ ਕਾਪੀ ਕੀਤਾ। ਡਾਇਰੀ ਦੇ ਵਿੱਚ ਤੁਸੀਂ ਦੇਖੋ ਫੈਮਿਲੀ ਡਾਕਟਰ, ਔਰ ਉਹਦੇ ਵਿੱਚ ਕਿੰਨਾ ਤੁਹਾਡਾ ਫੈਮਿਲੀ ਕੰਸਲਟੈਂਟ ਆਉਂਦਾ, ਤੁਹਾਡਾ ਟਰੈਵਲ ਪਲੈਨਰ ਆਉਂਦਾ ਆਪਸ਼ਨ, ਕਿਉਂਕਿ ਗੋਰੇ ਬਹੁਤ ਸਿਆਣੇ ਸੀ। ਤੁਹਾਡਾ ਪ੍ਰੋਪਰ ਜਿਹੜਾ ਤੁਹਾਡਾ ਕੰਸਲਟੈਂਟ ਆ, ਜਿਹਨੇ ਤੁਹਾਡੇ ਬੱਚਿਆਂ ਦਾ ਟਰੈਵਲ ਪਲਾਨ ਕਰਨਾ, ਉਹ ਤੁਹਾਡੇ ਨੇਚਰ ਤੋਂ ਵਾਕਫਕਾਰ ਹੋਵੇ। ਉਹਨੂੰ ਇਹ ਪਤਾ ਹੋਵੇ ਗਿੱਲ ਸਾਹਿਬ ਤੁਹਾਡੀ ਇਨਕਮ ਕਿੰਨੀ ਆ। ਹੁਣ ਮੰਨ ਕੇ ਚਲੋ ਤੁਹਾਡੀ ਇਨਕਮ ਤਾਂ ਸਾਲ ਦੀ ਹੈਗੀ 10 ਲੱਖ, ਤੁਹਾਡੇ ਲਈ ਹੋਲੀਡੇ ਪੈਕੇਜ ਮੈਂ ਤੁਹਾਨੂੰ ਸਵਿਟਜ਼ਰਲੈਂਡ ਦਾ ਜਾਂ UK ਦਾ ਗਾਈਡ ਕਰੀ ਜਾਵਾਂ ਹਨਾ, ਤਾਂ ਉਹ ਤੁਹਾਨੂੰ ਮਤਲਬ ਤੁਹਾਡੀਆਂ ਬੇਸਿਕ ਆਦਤਾਂ ਤੋਂ ਵੀ ਜਾਣੂ ਹੋਣਾ ਚਾਹੀਦਾ। ਫੈਮਿਲੀ ਡਾਕਟਰ ਵਾਲਾ ਕੰਮ ਹੈ ਜੀ ਆਉਣ ਵਾਲੇ ਸਮੇਂ 'ਚ। ਬਿਲਕੁਲ। ਸੋ ਸੰਧੂ ਸਾਹਿਬ, ਜੇ ਆਪਾਂ ਨਾ ਇਸ PR ਵਾਲੇ ਵੀਜ਼ੇ ਨੂੰ ਆਪਾਂ ਐਲੈਬੋਰੇਟ ਕਰੀਏ ਹੁਣ ਪੂਰਾ, ਇਹਨੂੰ ਆਪਾਂ ਇਹਦੇ ਤੇ ਸਿਰਫ ਗੱਲ ਕਰੀਏ ਵੀ ਇਹ ਕਿਸ ਤਰ੍ਹਾਂ ਹਸਬੈਂਡ ਦਾ ਲੱਗਦਾ ਹੈ, ਵਾਈਫ ਦਾ ਲੱਗਦਾ, ਕਿਸ ਤਰ੍ਹਾਂ LMI ਵਗੈਰਾ ਇਹਦੇ ਵਿੱਚ ਕਿਵੇਂ ਇਨਵੋਲਵ ਹੁੰਦੀ ਹੈ, ਸ਼ੁਰੂ ਤੋਂ ਲੈ ਕੇ ਕੀ ਪ੍ਰੋਸੀਜਰ ਆ, ਟਾਈਮ ਕਿੰਨਾ ਲੱਗਦਾ ਹਨਾ। ਇਹ ਸਿਰਫ ਆਪਾਂ ਉਹਦੇ ਆਲੇ ਦੁਆਲੇ ਹੁਣ ਰਹੀਏ। ਆਪਾਂ PR ਕੇਸ ਜਿਹੜਾ ਤੁਸੀਂ ਕੈਨੇਡਾ ਦਾ ਫਾਈਲ ਕਰਦੇ ਹੋ, ਪੂਰੀ ਫੈਮਿਲੀ ਦਾ, ਤੇ ਕਿੰਨਾ ਕੁ ਅਪਰੋਕਸੀਮੇਟ ਇਹਦਾ ਖਰਚਾ ਹੁੰਦਾ? ਗਿੱਲ ਸਾਹਿਬ, ਤੁਸੀਂ ਬੜਾ ਮਤਲਬ ਸੂਝ ਬੂਝ ਨਾਲ ਸਵਾਲ ਪੁੱਛ ਰਹੇ ਹੋ ਕਿ ਮੈਂ PR ਦੀ ਪੂਰੀ ਕਾਉਂਸਲਿੰਗ ਦੇਵਾਂ। ਹਾਂ, ਪਹਿਲਾਂ ਤਾਂ ਕਾਉਂਸਲਿੰਗ ਵੀ ਤੁਹਾਡੇ ਕੋਲੇ ਆਉਣਾ ਪਊਗਾ ਉਹਨਾਂ ਨੂੰ ਨਾ, ਪਰ ਜੇ ਆਪਾਂ ਉਹਨਾਂ ਨੂੰ ਆਉਣ ਦੇ ਲਈ ਇੱਕ ਵਾਰੀ ਪਹਿਲਾਂ ਇੱਕ ਥੋੜੀ ਜਿਹੀ ਗਾਈਡਲਾਈਨਸ ਦੇ ਦਈਏ। ਸਰ, ਇਹਦੇ ਲਈ 2-3 ਗੱਲਾਂ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਕਿਸੇ ਵੀ ਕੈਂਡੀਡੇਟ ਨੂੰ। ਪਹਿਲਾਂ ਤਾਂ ਉਹ ਕਿਸੇ ਵੀ ਨਵੇਂ ਬੰਦੇ ਦੇ ਜਾਂ ਜਿਹੜਾ ਬੰਦਾ ਅਵੇਅਰ ਨਹੀਂ ਹੈਗਾ ਉਹਦੇ ਪਿੱਛੇ ਲੱਗ ਕੇ ਆਪਣਾ ਟੂਰਿਸਟ ਵੀਜ਼ਾ ਨਾ ਫਾਈਲ ਕਰਨ। ਲੋਕਾਂ ਨੂੰ ਇਹ ਲੱਗਦਾ ਕਿ ਟੂਰਿਸਟ ਵੀਜ਼ਾ ਲੈ ਕੇ ਉੱਥੇ ਜਾ ਕੇ ਐਡਜਸਟਮੈਂਟ ਕਰ ਲਾਂਗੇ, ਇੱਦਾਂ ਦੀ ਕੋਈ ਐਡਜਸਟਮੈਂਟ ਨਹੀਂ ਹੁੰਦੀ। ਉੱਥੇ ਜਾ ਕੇ ਵੀ ਤੁਹਾਡਾ ਇੰਡੀਅਨ ਪਾਸਪੋਰਟ ਆ, ਤੁਹਾਨੂੰ ਇਸੇ ਸਿਸਟਮ ਦੇ ਨਾਲ ਹੀ ਅੱਗੇ ਜਿਹੜਾ ਵਧਣਾ ਪੈਣਾ। ਤਾਂ ਹਾਂ, ਤੁਸੀਂ
ਧੱਬਾ ਲਾ ਲੈਂਦੇ ਹੋ ਇੱਕ, ਜਿਹੜੀ ਇਨਫੋਰਮੇਸ਼ਨ ਤੁਸੀਂ ਸਬਮਿਟ ਕਰਤੀ ਉਹਨੂੰ ਕੋਈ ਵੀ ਬੰਦਾ ਚੇਂਜ ਨਹੀਂ ਕਰ ਸਕਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜੇ ਹੱਲੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਨਹੀਂ ਕੀਤਾ ਤਾਂ ਨਾ ਕਰੋ, ਅਗਰ ਤੁਹਾਡਾ ਉੱਥੇ ਪਰਮਾਨੈਂਟ ਸੈਟਲ ਹੋਣ ਦਾ ਮੂਡ ਆ। ਸੈਕੰਡਲੀ ਗੱਲ, ਅਗਰ ਤੁਸੀਂ ਕਰ ਵੀ ਬੈਠੇ ਹੋ, ਇਹ ਗੁਨਾਹ ਹੋ ਗਿਆ ਹੈ ਤੁਹਾਡੇ ਤੋਂ ਪਹਿਲਾਂ, ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਰਿਕਾਰਡ ਹੈਗਾ ਉਹਨੂੰ ਸੰਭਾਲ ਕੇ ਰੱਖੋ। ਤੁਹਾਡਾ ਮੇਨ ਐਪਲੀਕੇਸ਼ਨ ਫਾਰਮ, ਤੁਹਾਡਾ ਫੈਮਿਲੀ ਇਨਫੋਰਮੇਸ਼ਨ ਫਾਰਮ, ਤੁਹਾਡਾ ਕਵਰਿੰਗ ਲੈਟਰ ਤੇ ਤੁਹਾਡਾ ਰਿਜੈਕਸ਼ਨ ਲੈਟਰ, ਇਹ ਤੁਹਾਡੇ ਕੋਲੇ ਅਥਾਹ ਉਮਰ ਤੁਹਾਡੇ ਕੋਲ ਹੋਣਾ ਚਾਹੀਦਾ ਜਦੋਂ ਵੀ ਦੁਬਾਰਾ ਤੁਸੀਂ ਕਦੇ ਉਸ ਮੁਲਕ ਬਾਰੇ ਸੋਚਣਾ। ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਸਰ, ਇੱਕ UCI ਨੰਬਰ, ਯੂਨੀਕ ਕਲਾਇੰਟ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ, ਉਹ ਤੁਹਾਡਾ ਇੱਕ ਅਕਾਊਂਟ ਬਣ ਜਾਂਦਾ, ਚਾਹੇ ਜਿਹੜਾ ਮਰਜ਼ੀ ਵੀਜ਼ਾ ਹੋਵੇ। ਜਦੋਂ ਤੁਸੀਂ ਪਹਿਲੇ ਦਿਨ ਅੰਬੈਸੀ ਦੇ ਨਾਲ ਕੋਈ ਵੀ ਸੰਬੰਧ ਸਥਾਪਿਤ ਕਰ ਲਿਆ ਕਿਸੇ ਵੀ ਵੀਜ਼ਾ ਅਰਜੀ ਨੂੰ ਲੈ ਕੇ, ਉਸ ਤੋਂ ਬਾਅਦ ਤੁਸੀਂ ਜਿੰਨੇ ਸਾਲ ਵੀ ਕਰੋਗੇ ਤਾਂ ਤੁਹਾਡਾ UCI ਨੰਬਰ ਸੇਮ ਹੀ ਰਹੂਗਾ, ਤਾਂ ਜੋ ਉਹ ਰਿਕਾਰਡ ਤੁਹਾਡਾ ਪਿਛਲਾ ਉਹਨੂੰ ਇੱਧਰ ਉੱਧਰ ਨਾ ਕੀਤਾ ਜਾਵੇ, ਉਹ ਰਿਕਾਰਡ ਸੇਵ ਰਵੇ। ਇਮੀਗ੍ਰੇਸ਼ਨ ਹਿਸਟਰੀ, ਇਮੀਗ੍ਰੇਸ਼ਨ ਰਿਕਾਰਡ ਤੁਹਾਡੇ ਕੋਲੇ ਪੂਰਾ ਇਕੱਤਰ ਹੋਣਾ ਚਾਹੀਦਾ। ਉਸ ਤੋਂ ਬਾਅਦ ਜੋ ਵੀ ਤੁਸੀਂ ਪੜ੍ਹਾਈ ਕੀਤੀ ਆ ਉਹਦੀ ECA ਐਜੂਕੇਸ਼ਨ ਕ੍ਰੈਡੈਂਸ਼ੀਅਲਸ ਅਸੈਸਮੈਂਟ, ਕਿਉਂਕਿ ਕੈਨੇਡੀਅਨ ਬੋਡੀ ਹੈ ਜਿਹੜੀ ਕੋਈ ਵੀ ਇਮੀਗ੍ਰੇਸ਼ਨ ਬੋਡੀ, ਉਹ ਕਹਿੰਦੀ ਹੈ ਕਿ ਤੁਸੀਂ ਮੰਨ ਕੇ ਚਲੋ +2 ਕੀਤੀ ਆ, ਅਸੀਂ ਇਸ +2 ਦੀ ਸਾਡੇ ਮੁਲਕ ਦੇ ਹਿਸਾਬ ਦੇ ਨਾਲ ਕੀ ਵੈਲਿਊ ਆ, ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਉਹਦੀ ਇਵੈਲੂਏਸ਼ਨ ਕਰਾਉਣੀ ਆ। 5 ਬੋਡੀਜ਼ ਹੈਗੀਆਂ ਜੀ, 6 ਜਿਹੜੀਆਂ ਇਵੈਲੂਏਸ਼ਨਸ ਕਰਦੀਆਂ, ਬਟ ਮੋਸਟਲੀ ਸਾਡੇ ਲੋਕ ਇਸ ਵੈਲੂਏਸ਼ਨ ਨੂੰ ਵੈਸ ਬੋਲਦੇ ਆ। ਠੀਕ ਹੈ ਜੀ, ਕਿਉਂਕਿ ਵੈਸ ਤਾਂ ਇੱਕ ਬੋਡੀ ਆ ਤੇ ਬਟ ਉਹਦੀ ਸਪੀਡ ਬਹੁਤ ਫਾਸਟ ਆ ਤੇ ਜ਼ਿਆਦਾਤਰ ਲੋਕ ਵੈਸ ਹੀ ਕਰਵਾ ਰਹੇ ਆ। ਦੂਜਾ ਸਟੈਪ ਇਹ ਆ ਵੀ ਤੁਹਾਡੀ ਵੈਸ ਕੰਪਲੀਟ ਹੋਵੇ। ਤੀਸਰਾ ਸਟੈਪ ਇਹ ਆ ਕਿ ਤੁਹਾਡਾ ਜਿਹੜਾ ਹੈਗਾ ਆਈਲੈਟਸ ਦਾ ਟੈਸਟ ਆ ਤੁਸੀਂ ਉਹ ਦਿੱਤਾ ਹੋਵੇ। ਤੁਹਾਨੂੰ ਵੱਖ-ਵੱਖ ਹਸਬੈਂਡ ਨੇ ਕਿ ਵਾਈਫ ਨੇ? ਸਰ ਮੇਨ ਐਪਲੀਕੈਂਟ ਦੋਨਾਂ ਦੇ ਵਿੱਚੋਂ ਕੋਈ ਵੀ ਹੋ ਸਕਦਾ, ਜਿਸ ਕੋਲ ਉਸ ਕੰਮ ਦਾ ਤਜਰਬਾ ਹੋਵੇ, ਜਿਸ ਕੰਮ ਦੇ ਵਿੱਚ ਉਹਨਾਂ ਦੀ ਜਿਹੜੀ ਜੌਬ ਆਫਰ ਉੱਥੇ ਅਰੇਂਜ ਕੀਤੀ ਜਾ ਰਹੀ ਹੈ। ਉਹ ਕੰਮ ਲੇਬਰ ਕਲਾਸ ਵੀ ਹੋ ਸਕਦਾ, ਉਹ ਕੰਮ ਤੁਸੀਂ ਮੰਨ ਕੇ ਚੱਲੋ ਕਿ ਫਿਰ LMI ਅਰੇਂਜ ਕਰਦੇ ਹੋ? LMI ਉਹ ਤੁਸੀਂ ਅਰੇਂਜ ਕਰਦੇ ਹੋ ਸਾਰੇ? ਸਰ ਉਹ ਪ੍ਰੋਪਰ ਇੱਕ ਸਿਸਟਮ ਦੇ ਥਰੂ ਰੂਟ ਕਰਨੀ ਪੈਂਦੀ ਪੂਰੀ ਐਪਲੀਕੇਸ਼ਨ। ਓਕੇ, ਤੇ ਫਿਰ ਕਿੰਨਾ ਟਾਈਮ ਲੱਗਦਾ ਇਹਨੂੰ ਟੋਟਲ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਜਦੋਂ ਆਪਾਂ ਇਮੀਗ੍ਰੇਸ਼ਨ ਮਸਲੇ ਦੀ ਗੱਲ ਕਰਦੇ ਹਾਂ, ਜਿੱਦਾਂ ਪਿੱਛੇ ਜੇ ਯੂਕਰੇਨ ਦਾ ਇਸ਼ੂ ਹੋ ਗਿਆ, ਉਸ ਤੋਂ ਪਹਿਲਾਂ ਅਫਗਾਨਿਸਤਾਨ ਦਾ ਹੋ ਗਿਆ, ਤਾਂ ਕੈਨੇਡੀਅਨ ਗੌਰਮੈਂਟ ਨੇ ਉਹਨਾਂ ਐਪਲੀਕੇਸ਼ਨਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਸੀ। ਜਿਹੜੇ ਅਫਗਾਨਿਸਤਾਨ ਦੇ ਵਿੱਚ ਲੋਕ ਬੈਠੇ ਆ, ਉਸ ਤੋਂ ਬਾਅਦ ਯੂਕਰੇਨ ਵਾਲੇ, ਤਾਂ ਇਹ ਕਈ ਵਾਰ ਨਾ ਉੱਪਰ ਨੀਚੇ ਹੁੰਦਾ ਰਹਿੰਦਾ। ਜਿਹੜਾ ਬੰਦਾ ਪਰਮਾਨੈਂਟ ਰੈਜ਼ੀਡੈਂਸੀ ਬਾਰੇ ਸੋਚ ਰਿਹਾ ਤਾਂ ਉਹਨੂੰ ਇਹ ਗੱਲ ਮਾਈਂਡ ਦੇ ਵਿੱਚ ਬਿਠਾ ਲੈਣੀ ਚਾਹੀਦੀ ਕਿ ਇਮੀਗ੍ਰੇਸ਼ਨ ਦਾ ਮਸਲਾ 6 ਮਹੀਨਿਆਂ 'ਚ ਵੀ ਨਿਬੜ ਸਕਦਾ ਤੇ ਇਹਨੂੰ 2 ਸਾਲ ਦਾ ਵਕਵਾ ਵੀ ਲੱਗ ਸਕਦਾ। ਖਰਚਾ ਸਰ ਡਿਪੈਂਡ ਕਰਦਾ ਵੀ ਅਲੱਗ-ਅਲੱਗ ਐਪਲੀਕੇਸ਼ਨ ਤੇ ਅਲੱਗ-ਅਲੱਗ ਸੀ। ਸੋ ਬਹੁਤ-ਬਹੁਤ ਧੰਨਵਾਦ ਸੰਧੂ ਸਾਹਿਬ, ਤੁਸੀਂ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ। ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਜਿਹਦਾ ਨਹੀਂ ਲੱਗਦਾ ਤਾਂ ਉਹਦੇ ਕੋਲੇ ਹੋਰ ਕੀ ਆਪਸ਼ਨ ਆ, ਜਾਂ ਤੁਸੀਂ ਸਟੂਡੈਂਟ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਸਿੱਧੀ PR ਜਿਹੜੀ ਫਾਈਲ ਕਰਨਾ ਚਾਹੁੰਦੇ ਕੈਨੇਡਾ ਦੀ, ਉਹਦੇ ਬਾਰੇ ਗੱਲਬਾਤ ਕੀਤੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ, ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਦਿਦਾਰ ਸਿੰਘ ਸੰਧੂ ਹੁਣਾਂ ਦੇ ਨਾਲ, ਜਿਨ੍ਹਾਂ ਨੇ ਦੱਸਿਆ ਵੀ ਸਟੂਡੈਂਟ ਵੀਜ਼ਾ ਤਾਂ ਤੁਸੀਂ ਜਾਓ ਪੜ੍ਹੋ ਉੱਥੇ, ਪਰ ਜੇ ਕੋਈ ਸਟੂਡੈਂਟ ਵੀਜ਼ੇ ਦੀ ਜਗ੍ਹਾ ਤੇ ਪੱਕੇ ਤੌਰ ਤੇ PR ਜਾਣਾ ਚਾਹੁੰਦਾ ਕੈਨੇਡਾ ਦੇ ਵਿੱਚ ਤਾਂ ਉਹਦੇ ਲਈ ਵੀ ਆਪਸ਼ਨਸ ਹੈ। ਐਜੂ ਐਕਸਪਰਟਸ ਦਾ ਨੰਬਰ ਜਿਹੜਾ ਸਕਰੀਨ ਤੇ ਬਾਰ-ਬਾਰ ਫਲੈਸ਼ ਹੋ ਰਿਹਾ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਔਰ ਮੋਹਾਲੀ ਖਰੜ ਦੇ ਵਿੱਚ ਇਹਨਾਂ ਦਾ ਆਫਿਸਿਸ ਹੈ, ਇਹਨਾਂ ਦੇ ਨਾਲ ਆ ਕੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ, ਜਾਂ ਇਹਨਾਂ ਨੂੰ ਈਮੇਲ ਕਰਕੇ ਵੀ ਇਹਨਾਂ ਦੇ ਨਾਲ ਰਾਬਤਾ ਜਿਹੜਾ ਕਾਇਮ ਕੀਤਾ ਜਾ ਸਕਦਾ ਹੈ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡੇ ਕੋਲ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਵੀ ਈਮੇਲ ਕਰ ਸਕਦੇ ਹੋ gilpardeep11@yahoo.in। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿਲ ਪ੍ਰਦੀਪ 6465206706। email gilpardeep11@yahoo.in।